ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆ। ਏਕ ਅੱਖਰ ਹਰ ਮਨ ਵਸਤ ਏਕ ਅੱਖਰ ਹਰ ਮਨ ਵਸਤ। ਨਾਨਕ ਹੋਤ ਨਿਹਾਲ ਕਿਨ ਕਾ ਏਕ ਜਿਸ ਜੀਵ ਬਸਾਵੇ। ਕਿਨ ਕਾ ਏਕ ਜਿਸ ਜੀਵ ਬਸਾਵੇ ਤਾਕੀ ਮਹਿਮਾ ਗਨੀ ਨ ਆਵੇ। ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੂ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਆਗਮ ਸੁਣ ਪ੍ਰਭ ਆਗਮ ਸੁਣਿਆ ਆਗਮ ਸੁਣਿਆ। ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ। ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ। ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ ਆਗਮ ਸੁਣਿਆ। ਆਗਮ ਸੁਣਿਆ ਆਗਮ ਸੁਣਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਅਖਵਾਇਆ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਸਾਰੇ ਜਪੋ ਜੀ, ਸਾਰੇ ਪੜੋ। ਵਾਹਿਗੁਰੂ 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 ਸਾਰੀ ਸੰਗਤ ਜਪੋ ਭਾਈ। ਵਾਹਿਗੁਰੂ 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲੋ ਭਾਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ
ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਵਤਾਰ ਦਿਹਾੜੇ ਨੂੰ ਮਨਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਆਪਾਂ ਸਾਰਿਆਂ ਉੱਪਰ ਕੀਤੀ ਹੈ। ਆਪਾਂ ਸਾਰਿਆਂ ਨੂੰ ਸਤਸੰਗ ਕਰਨ ਦਾ ਸੁਭਾਗ ਸਮਾਂ, ਹਰ ਜਸ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦਾ ਨਾਰਾ ਬੁਲੰਦ ਕਰੀਏ ਜੀ। ਇੱਕ ਵਾਰੀ ਆਖਣ ਤੇ ਸਾਰੀ ਸੰਗਤ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੇ ਮੰਨ ਲੈਣ ਸਹੀ ਕਰਮ ਕਰੀਏ। ਆਪਣੇ ਵੱਡਿਆਂ ਦੀਆਂ ਯਾਦਾਂ ਮਨਾਉਣੀਆਂ, ਆਪਣੇ ਵੱਡਿਆਂ ਨੂੰ ਯਾਦ ਕਰਨਾ, ਇਹ ਚੰਗੀ ਸੰਤਾਨ ਦੀ, ਚੰਗੀ ਔਲਾਦ ਦੀ ਨਿਸ਼ਾਨੀ ਹੋਇਆ ਕਰਦੀ ਹੈ। ਆਪਣੇ ਨਾਲ ਹੀ ਹਿੰਦੁਸਤਾਨ ਦਾ ਇੱਕ ਬਹੁਤ ਪੁਰਾਤਨ ਰਿਵਾਜ ਚੱਲਿਆ ਆਉਂਦਾ ਹੈ, ਧਿਆਨ ਦੇ ਕੇ ਸੁਣਨਾ। ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਹੈ, ਪੂਰੇ ਵਰਲਡ ਵਿੱਚ ਕਹਿ ਸਕਦੇ ਹਾਂ। ਉਹ ਰਿਵਾਜ ਕੀ ਹੈ ਵੀ ਆਪਣੇ ਵੱਡਿਆਂ ਦੀ ਮੜੀ ਤੇ ਦੀਵਾ ਬਾਲਣਾ। ਜੇ ਸਿੱਖ ਆਪਣੇ ਧਰਮ ਵਿੱਚ ਹੈ ਤਾਂ ਜੋਤ ਜਗਾਏਗਾ, ਦੀਵਾ ਲਾਏਗਾ। ਮੁਸਲਮਾਨ ਭਰਾ ਚਿਰਾਗ ਲਾਉਂਦੇ ਨੇ। ਈਸਾਈਆਂ ਦੇ ਵਿੱਚ ਜਿੱਥੇ ਉਹਨਾਂ ਦੇ ਮਾਂ ਪਿਓ ਦੀ ਕਬਰ ਬਣੀ ਹੋਈ ਉੱਥੇ ਜਾ ਕੇ ਨਾ ਹੋ, ਭਾਵੇਂ ਸੈਂਕੜੇ ਮੀਲ ਦੂਰ ਹੋਣ, ਜਿਸ ਦਿਨ ਉਹਨਾਂ ਦਾ ਮਾਤਾ ਪਿਤਾ ਚੜ੍ਹਾਈ ਕੀਤਾ ਹੈ ਉਸ ਦਿਨ ਜਾ ਕੇ ਉਹ ਉੱਥੇ ਜ਼ਰੂਰ ਫੁੱਲ ਭੇਟ ਕਰਦੇ ਆ। ਸੰਸਾਰ ਦੇ ਕਿਸੇ ਕੋਨੇ ਵਿੱਚ ਹੋਣ, ਕਿੰਨਾ ਵੱਡੇ ਤੋਂ ਵੱਡਾ ਕੰਮ ਹੋਵੇ, ਆਪਣਾ ਕੰਮ ਛੱਡ ਕੇ ਉੱਥੇ ਪਹੁੰਚਣਗੇ ਜ਼ਰੂਰ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕਿਉਂ ਇੱਦਾਂ ਕੀਤਾ ਜਾਂਦਾ ਹੈ, ਕੀ ਕਾਰਨ ਹੈ? ਵੱਡਿਆਂ ਦੀ ਯਾਦ, ਚਾਹੇ ਜਨਮ ਦਿਨ ਹੋਵੇ, ਚਾਹੇ ਬਰਸੀ ਹੋਵੇ, ਚਾਹੇ ਅਵਤਾਰ ਦਿਹਾੜੇ ਹੋਣ, ਕਿਉਂ ਮਨਾਏ ਜਾਂਦੇ ਨੇ, ਕਿਉਂ ਇੱਦਾਂ ਕੀਤਾ ਜਾਂਦਾ ਹੈ? ਆਪ ਜੀ ਸਾਰੇ ਸਿਆਣੇ ਬੈਠੇ ਹੋ। ਜਿਹੜਾ ਆਪਣੇ ਵੱਡਿਆਂ ਦੀ ਮੜੀ ਉੱਪਰ ਉਹਨਾਂ ਦੇ ਥਾਂ ਤੇ ਜਾ ਕੇ ਦੀਵਾ ਬਾਲਿਆ ਜਾਏਗਾ, ਉਹ ਦੀਵਾ ਨਾ ਤੇ ਕਿਸੇ ਨੂੰ ਰਾਹ ਦੱਸ ਸਕਦਾ ਹੈ ਤੇ ਨਾ ਕਿਸੇ ਨੂੰ ਉਹਦਾ ਕੋਈ ਬਹੁਤਾ ਫਾਇਦਾ ਹੋ ਸਕਦਾ ਹੈ। ਚਾਨਣ ਬਹੁਤਾ ਨਹੀਂ ਹੋਏਗਾ। ਦੀਵੇ ਦਾ ਚਾਨਣ ਕਿਤੇ ਕਿੰਨਾ ਕੁ ਹੁੰਦਾ ਹੈ। ਫਿਰ ਉਹਦਾ ਕਾਰਨ ਕੀ ਹੈ ਲਾਉਣ ਦਾ? ਸੰਗਤ ਜੀ, ਭਾਵੇਂ ਉਹ ਦੀਵਾ ਕਿਸੇ ਨੂੰ ਬਹੁਤਾ ਚਾਨਣ ਨਹੀਂ ਦੇ ਸਕਦਾ ਹੈ, ਭਾਵੇਂ ਉਹ ਦੀਵਾ ਕਿਸੇ ਨੂੰ ਰਾਹ ਨਹੀਂ ਦੱਸ ਸਕਦਾ, ਪਰ ਜਦੋਂ ਉਹ ਦੀਵਾ ਮੱਚਦਾ ਕੋਈ ਵੇਖੇਗਾ ਉਹ ਸਮਝ ਜਾਵੇਗਾ ਇਹਦੀ ਔਲਾਦ ਹਜੇ ਜਿਉਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੇ ਬਾਲ ਬੱਚੇ, ਇਹਦੀ ਔਲਾਦ ਹਜੇ ਜਿਉਂਦੀ ਹੈ। ਅਸੀਂ ਸਾਹਿਬਜ਼ਾਦਿਆਂ ਦੀਆਂ ਯਾਦਾਂ ਮਨਾਈਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆਪਾਂ ਸਾਰਿਆਂ ਨੇ 551ਵਾਂ ਮਨਾਇਆ। ਇਹਨਾਂ ਦਾ ਭਾਵ ਕੀ ਹੈ? ਯਾਦ ਕਰਨ ਦਾ ਆਪਣੇ ਵੱਡਿਆਂ ਨੂੰ, ਵੀ ਸੰਸਾਰ ਇਸ ਗੱਲ ਨੂੰ ਮੰਨ ਜਾਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਹਜੇ ਨਾਂ ਲੈਣ ਵਾਲਾ ਜਿਉਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹਦੇ ਦੋ ਅਰਥ ਹੈ ਜੀ। ਇੱਕ ਤਾਂ ਇਹ ਹੈ ਵੀ ਆਪਣੇ ਵੱਡਿਆਂ ਦੀ ਯਾਦ ਚੰਗੀ ਔਲਾਦ, ਚੰਗੀ ਸੰਤਾਨ ਹੀ ਯਾਦ ਰੱਖੇਗੀ, ਉਹੀ ਮਨਾਏਗੀ। ਤੇ ਇੱਕ ਇਹਦਾ ਅਰਥ ਇਹ ਹੈ ਵੀ ਜੇ ਕੋਈ ਆਪਣੇ ਵੱਡਿਆਂ ਦੀ ਯਾਦ ਮਨਾਏਗਾ, ਵੱਡਿਆਂ ਨੂੰ ਚੇਤੇ ਕਰੇਗਾ, ਆਪਣੇ ਬਜ਼ੁਰਗਾਂ ਨੂੰ ਚੇਤੇ ਕਰੇਗਾ, ਬਾਬਾਣੀਆਂ ਕਹਾਣੀਆਂ ਪੁੱਤ ਜਦੋਂ ਕੋਈ ਮਨਾਏਗਾ, ਪੁੱਤਰਾਂ ਤੋਂ ਸਪੁੱਤਰ ਭਾਵ ਚੰਗੀ ਉਹਨਾਂ ਨੂੰ ਅਕਲ ਮੱਤ ਮਿਲੇਗੀ, ਪੁੱਤਰਾਂ ਤੋਂ ਸਪੁੱਤਰ ਬਣੇਗਾ। ਤਿੰਨ ਤਰ੍ਹਾਂ ਦੀ ਔਲਾਦ ਹੁੰਦੀ ਹੈ। ਇੱਕ ਹੁੰਦੇ ਨੇ ਕਪੁੱਤਰ, ਇੱਕ ਹੁੰਦੇ ਨੇ ਪੁੱਤਰ ਤੇ ਇੱਕ ਹੁੰਦੇ ਨੇ ਸਪੁੱਤਰ।
ਕਪੁੱਤਰ ਉਹ ਹੁੰਦਾ ਹੈ ਜਿਹੜਾ ਆਪਣੇ ਬਾਪ ਦੀ ਬਣਾਈ ਹੋਈ ਜ਼ਮੀਨ ਜਾਇਦਾਦ ਨੂੰ, ਇੱਜ਼ਤ ਮਾਣ ਨੂੰ ਮਿੱਟੀ 'ਚ ਰੋਲ ਕੇ ਰੱਖ ਦੇਵੇ, ਉਹਨੂੰ ਕਹਿੰਦੇ ਨੇ ਕਪੁੱਤਰ। ਤੇ ਪੁੱਤਰ ਉਹ ਹੁੰਦਾ ਜਿਹੜਾ ਆਪਣੇ ਪਿਓ ਦੀ ਬਣਾਈ ਜ਼ਮੀਨ ਜਾਇਦਾਦ ਹੋਵੇ, ਇੱਜ਼ਤ ਹੋਵੇ, ਜਿੰਨੀ ਸੰਪਦਾ ਹੋਵੇ, ਨਾ ਵਧਾਵੇ ਨਾ ਘਟਾਵੇ, ਜਿੱਥੇ ਹੈ ਉੱਥੇ ਰੱਖੇ, ਉਹਨੂੰ ਕਹਿੰਦੇ ਨੇ ਪੁੱਤਰ। ਤੇ ਜਿਹੜਾ ਆਪਣੇ ਪਿਓ ਦੀ ਜ਼ਮੀਨ ਜਾਇਦਾਦ ਨੂੰ, ਉਹਦੀ ਇੱਜ਼ਤ ਨੂੰ, ਉਹਦੇ ਮਾਣ ਨੂੰ, ਵਡਿਆਈ ਨੂੰ ਚਾਰ ਚੰਨ ਲਾ ਦੇਵੇ, ਹੋਰ ਵਧਾ ਦੇਵੇ, ਉਹਨੂੰ ਕਹਿੰਦੇ ਨੇ ਸਪੁੱਤਰ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ ਸਾਰੇ ਜਾਣੇ, ਇੱਥੇ ਪੁੱਤਰ ਬਣ ਕੇ ਆਏ ਆ ਨਾ ਜੀ। ਹੁਣ ਆਪਾਂ ਉਹ ਕੰਮ ਕਰੀਏ ਜਿਹੜੇ ਕੰਮ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲਦੀ ਹੋਵੇ, ਤੇ ਆਪਾਂ ਆਪਣੇ ਆਪ ਨੂੰ ਸਪੁੱਤਰ ਕਹਾਉਣ ਦੇ ਹੱਕਦਾਰ ਹੋਈਏ। ਸੰਸਾਰ ਆਖੇ ਕਿ ਕਲਗੀਧਰ ਦੇ ਲਾਲ, ਕਲਗੀਧਰ ਦੇ ਪੁੱਤਰ ਨਹੀਂ ਸਪੁੱਤਰ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਵੱਧ ਪਿਆਰ ਕਿਹੜੀ ਚੀਜ਼ ਨਾਲ ਹੈ? ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜੀ ਯਾਦ ਮਨਾਉਂਦਿਆਂ ਆਪਾਂ ਸਪੁੱਤਰ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ? ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ, ਕਹਿੰਦੇ ਪੀਰ ਦੌਲੇ ਸ਼ਾਹ ਫਕੀਰ ਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵਾਲ ਕੀਤਾ, ਮਰਦ ਨੂੰ ਕਹਿੰਦਾ ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ, ਆਏ ਕਹਿ ਫਕੀਰ ਇੱਕ ਅਰਜ਼ ਗੁਜ਼ਾਰਦਾ। ਸੱਚੇ ਪਾਤਸ਼ਾਹ ਤੁਹਾਡਾ ਪਿਆਰ ਕਿਹਦੇ ਨਾਲ ਹੈ ਸਭ ਤੋਂ ਜ਼ਿਆਦਾ? ਸਭ ਤੋਂ ਵੱਧ ਤੁਸੀਂ ਪਿਆਰ ਕਿਹਨੂੰ ਕਰਦੇ ਹੋ? ਕਿਹਦੇ ਉੱਪਰ ਤੁਹਾਡੀ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ? ਧਿਆਨ ਦੇ ਕੇ ਸੁਣਿਓ। ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ, ਆਏ ਕਹਿ ਫਕੀਰ ਇੱਕ ਅਰਜ਼ ਗੁਜ਼ਾਰਦਾ। ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ, ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ। ਸੱਚੇ ਪਾਤਸ਼ਾਹ ਜੇ ਤੁਹਾਡਾ ਆਪਣੇ ਪਿਓ ਨਾਲ ਪਿਆਰ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਤਾਂ ਤੁਸੀਂ ਆਪਣੇ ਬਾਪ ਨੂੰ 9 ਸਾਲ ਦੀ ਉਮਰ ਦੇ ਵਿੱਚ ਦਿੱਲੀ ਵੱਲ ਨਾ ਤੋਰਦੇ, ਸ਼ਹੀਦ ਹੋਣ ਵਾਸਤੇ ਨਾ ਭੇਜਦੇ। ਗੁਰੂ ਸਾਹਿਬ ਜੀ ਜੇ ਤੁਹਾਡਾ ਪਿਆਰ ਆਪਣੇ ਬੱਚਿਆਂ ਨਾਲ ਹੁੰਦਾ, ਸਾਹਿਬਜ਼ਾਦਿਆਂ ਨਾਲ ਹੁੰਦਾ, ਤਾਂ ਜੰਗ ਵਿੱਚ ਜੋੜਾ ਜੋੜਾ ਕਰਕੇ ਨਾ ਤੁਸੀਂ ਵਾਰਦੇ। ਕਿਸੇ ਕਵੀ ਨੇ ਬਹੁਤ ਸੋਹਣੀਆਂ 2 ਲਾਈਨਾਂ ਲਿਖੀਆਂ, ਉਹ ਕਹਿੰਦਾ ਬਾਜਾਂ ਵਾਲਿਆ ਤੇਰਾ ਹੀ ਹੌਸਲਾ ਸੀ, ਬਾਜਾਂ ਵਾਲਿਆ ਤੇਰਾ ਹੀ ਹੌਸਲਾ ਸੀ, ਅੱਖਾਂ ਸਾਹਮਣੇ ਪੁੱਤ ਮਰਵਾ ਦਿੱਤੇ, ਲੋਕੀ ਲੱਭਦੇ ਨੇ ਲਾਲ ਪੱਥਰਾਂ ਚੋਂ, ਤੂੰ ਪੱਥਰਾਂ ਵਿੱਚ ਚਿਣਵਾ ਦਿੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਲੋਕੀ ਤਾਂ ਪੱਥਰਾਂ ਚੋਂ ਲਾਲ ਲੱਭਦੇ ਫਿਰਦੇ ਆ, ਤੁਸੀਂ ਸੱਚੇ ਪਾਤਸ਼ਾਹ ਆਪਣੀ ਅੱਖਾਂ ਦੇ ਸਾਹਮਣੇ ਪੱਥਰਾਂ ਵਿੱਚ ਆਪਣੇ ਲਾਲ ਚਿਣਵਾ ਦਿੱਤੇ। ਲਓ ਧਾਰਨਾ ਪੜਿਓ ਸਾਰੇ, ਫਿਰ ਅੱਗੇ ਵਿਚਾਰ ਕਰਦੇ ਹਾਂ ਜੀ। ਸਾਰੀ ਸੰਗਤ ਗੱਜ ਕੇ ਬੋਲਿਓ, ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਭਾਈ ਜਥੇ ਵਾਲੇ ਸਿੰਘ ਬੋਲਿਓ, ਤੇ ਤੀਸਰੇ ਹਿੱਸੇ ਬੀਬੀਆਂ ਵੀ ਗੱਜ ਵੱਜ ਕੇ ਧਾਰਨਾ ਵਿੱਚ ਬੋਲ ਕੇ ਆਪਣੀ ਜ਼ੁਬਾਨ ਨੂੰ ਸਫਲਾ ਕਰਿਓ ਜੀ। ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ, ਬਾਜਾਂ ਵਾਲੇ ਸਤਿਗੁਰ ਨੇ, ਜੋੜਾ ਕਰਕੇ ਪੁੱਤਰਾਂ ਦਾ ਵਾਰਿਆ, ਬਾਜਾਂ ਵਾਲੇ ਸਤਿਗੁਰ ਨੇ, ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ, ਬਾਜਾਂ ਵਾਲੇ ਸਤਿਗੁਰ ਨੇ, ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ, ਬਾਜਾਂ ਵਾਲੇ ਸਤਿਗੁਰ ਨੇ। ਬੋਲੋ ਜੋੜਾ ਕਰਕੇ ਪੁੱਤਰਾਂ
ਸਤਿਗੁਰ ਨੇ ਬਾਜਾਂ ਵਾਲੇ ਜੀ ਪਿਆਰੇ ਨੇ ਬਾਜਾਂ ਵਾਲੇ ਜੀ ਸਤਿਗੁਰ ਨੇ ਬਾਜਾਂ ਵਾਲੇ ਜੀ ਸਤਿਗੁਰ ਨੇ ਸਤਿਗੁਰ ਨੇ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਵਾਹ ਪੁੱਤਰਾਂ ਦਾ ਵਾਰਿਆ ਜੋੜਾ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਬਾਜਾਂ ਵਾਲੇ ਸਤਿਗੁਰ ਜੋੜਾ ਕਰਕੇ ਪੁੱਤਰਾਂ ਦਾ ਵਾਰਿਆ ਬਾਜਾਂ ਵਾਲੇ ਸਤਿਗੁਰ ਨੇ ਬਾਜਾਂ ਵਾਲੇ ਸਤਿਗੁਰ ਨੇ ਜੋੜਾ ਜੋੜਾ ਕਰ ਪੁੱਤਰਾਂ ਦਾ ਵਾਰਿਆ ਬਾਜਾਂ ਵਾਲੇ ਸਤਿਗੁਰ ਨੇ ਬਾਜਾਂ ਵਾਲੇ ਸਤਿਗੁਰ ਨੇ ਬਾਜਾਂ ਵਾਲਿਆ ਤੇਰਾ ਹੀ ਹੌਸਲਾ ਸੀ ਅੱਖਾਂ ਸਾਹਮਣੇ ਪੁੱਤ ਮਰਵਾ ਦਿੱਤੇ ਸੰਸਾਰ ਦੇ ਵਿੱਚ ਹੁਣ ਤੱਕ ਬੜੇ ਪੀਰ ਪੈਗੰਬਰ ਮਹਾਪੁਰਸ਼ ਅਵਤਾਰ ਆਏ ਹਨ ਸਾਰੇ ਸਤਿਕਾਰਯੋਗ ਨੇ ਪਰ ਇੱਕ ਗੱਲ ਯਾਦ ਰੱਖਿਓ ਇੱਥੇ ਕਿਸੇ ਦੀ ਨਿੰਦਿਆ ਜਾਂ ਕਿਸੇ ਦੀ ਆਪਾਂ ਮਾੜਾ ਨਹੀਂ ਕਹਿ ਰਹੇ ਉਹਨਾਂ ਨੂੰ ਜੇ ਕਹੀਏ ਕੋਈ ਆਖੇ ਆਪਣੇ ਗੁਰੂ ਦੀ ਸਿਫਤ ਕਰਦੇ ਕਰਦੇ ਸਾਡੇ ਪੀਰ ਪੈਗੰਬਰਾਂ ਮਹਾਪੁਰਸ਼ਾਂ ਨੂੰ ਨਿੰਦਿਆ ਜਾ ਰਿਹਾ ਹੈ ਨਹੀਂ ਇੱਕ ਗੱਲ ਯਾਦ ਰੱਖਿਓ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਨਿੰਦਕ ਨਹੀਂ ਬਣਾਇਆ ਹੈ ਨਿੰਦਿਆ ਨਹੀਂ ਕਦੇ ਕਿਸੇ ਦੀ ਕਰਨੀ ਸਾਰੇ ਸਤਿਕਾਰਯੋਗ ਹਨ ਪਰ ਜਿਹੜੀ ਵਡਿਆਈ ਜਿਹੜਾ ਮਾਣ ਜਿਹੜਾ ਰੁਤਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਇਆ ਹੁਣ ਤੱਕ ਕਿਸੇ ਨੂੰ ਨਹੀਂ ਹੋਇਆ ਸਤਿਨਾਮ ਸ੍ਰੀ ਵਾਹਿਗੁਰੂ ਉਹਦਾ ਕਾਰਨ ਹੈ ਜੀ ਬਹੁਤ ਵੱਡਾ ਹਿੰਦੁਸਤਾਨ ਦਾ ਇਤਿਹਾਸ ਖੋਲ ਕੇ ਦੇਖੋ ਕਿਸੇ ਕਵੀ ਨੇ ਨਾ ਜੀ ਇੱਕ ਕਵਿਤ ਦੇ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਸਾਰੇ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਸੀ ਇੱਕ ਥਾਂ ਇਕੱਠਾ ਕਰ ਦਿੱਤਾ ਗੌਰ ਨਾਲ ਸੁਣਿਓ ਉਹ ਕਹਿੰਦਾ ਦੋ ਸੁਤ ਰਹੇ ਘਰ ਬਨ ਕੋ ਸਿਧਾਰੇ ਤੋਂ ਦਸ਼ਰਥ ਗਿਰ ਕਰ ਪ੍ਰਾਨ ਕੋ ਨਿਕਾਰਾ ਹੈ ਸੰਸਾਰ ਦਾ ਇਤਿਹਾਸ ਖੋਲ ਕੇ ਦੇਖ ਲਓ ਜਿਹੜੇ ਜਿਗਰੇ ਦੇ ਨਾਲ ਜਿਹੜੀ ਬਹਾਦਰਤਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਵੱਲ ਤੋਰਿਆ ਇਸ ਬਹਾਦਰਤਾ ਨਾਲ ਹੋਰ ਕਿਸੇ ਨੇ ਵੀ ਨਹੀਂ ਆਪਣੇ ਪੁੱਤ ਨੂੰ ਤੋਰਿਆ ਕਿਸੇ ਦੇ ਹਿੱਸੇ ਵੀ ਨਹੀਂ ਆਇਆ ਹੈ ਬੱਚਿਆਂ ਦੀ ਪੀੜਤਾ ਕਹਿੰਦੇ ਪੰਛੀ ਵੀ ਨਹੀਂ ਚੱਲਦੇ ਹਨ ਇੱਕ ਛੋਟੀ ਜਿਹੀ ਘਟਨਾ ਮੇਰੇ ਯਾਦ ਆ ਗਈ ਵਿਦਵਾਨਾਂ ਦੀ ਸਭਾ ਲੱਗੀ ਹੋਈ ਸੀ ਜੀ ਸਵਾਲ ਚੱਲ ਪਿਆ ਵਿਦਵਾਨਾਂ ਦੀ ਸਭਾ ਦੇ ਵਿੱਚ ਪੁੱਛਣ ਲੱਗ ਪਏ ਕਿਸੇ ਨੇ ਸਵਾਲ ਕੀਤਾ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਭਾਰ ਕਿਹੜਾ ਹੈ ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਕਿਹੜੀ ਹੈ ਕਿਸੇ ਨੇ ਕੋਈ ਜਵਾਬ ਦਿੱਤਾ ਕਿਸੇ ਨੇ ਕੋਈ ਜਵਾਬ ਦਿੱਤਾ ਕਿਸੇ ਨੇ ਕੋਈ ਜਵਾਬ ਦਿੱਤਾ ਸਾਰੇ ਆਪੋ ਆਪਣਾ ਵਿਚਾਰ ਰੱਖ ਕੇ ਬੈਠ ਗਏ ਤਸੱਲੀ ਨਾ ਹੋਈ ਇੱਕ ਨਾ ਜੀ ਉਹ ਸਭਾ ਵਿੱਚ ਮਹਾਪੁਰਸ਼ ਬੈਠੇ ਸੀ ਉਹ ਨੀਵੀਂ ਭਾਈ ਬੈਠੇ ਉਹਨਾਂ ਨੂੰ ਸਵਾਲ ਕੀਤਾ ਕਹਿਣ ਲੱਗੇ ਤੁਸੀਂ ਦੱਸੋ ਤੁਸੀਂ ਨਹੀਂ ਬੋਲੇ ਹੁਣ ਤੱਕ ਤੁਸੀਂ ਕਿਰਪਾ ਕਰਕੇ ਦੱਸੋ ਦੁਨੀਆ ਦਾ ਸਭ ਤੋਂ ਵੱਡਾ ਭਾਰ ਕਿਹੜੀ ਚੀਜ਼ ਦਾ ਹੈ ਸਭ ਤੋਂ ਭਾਰੀ ਚੀਜ਼ ਕਿਹੜੀ ਹੈ
ਉਹ ਮਹਾਂਪੁਰਸ਼ ਕਹਿੰਦੇ ਉੱਠ ਕੇ ਖੜੇ ਹੋਏ, ਹੱਥ ਜੋੜ ਕੇ ਕਹਿਣ ਲੱਗੇ, ਸਾਰੇ ਸਤਿਕਾਰਯੋਗ ਨੇ, ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ, ਮੈਂ ਇੰਨਾ ਵਿਦਵਾਨ ਤਾਂ ਨਹੀਂ ਹਾਂ, ਪਰ ਇੱਕ ਛੋਟੀ ਜਿਹੀ ਮੇਰੀ ਬੇਨਤੀ ਹੈ। ਕਹਿੰਦੇ ਦੱਸੋ, ਹੁਕਮ ਕਰੋ। ਉਹ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ, ਦੁਨੀਆ ਦੀ ਸਭ ਤੋਂ ਭਾਰੀ ਚੀਜ਼ ਹੈ, ਮਾਂ ਪਿਓ ਜਿਉਂਦੇ ਬੈਠੇ ਹੋਣ ਤੇ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਪੈ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਂ ਪਿਓ ਜਿਉਂਦੇ ਬੈਠੇ ਹੋਣ, ਪੁੱਤ ਦੀ ਅਰਥੀ ਉੱਠਦੀ ਹੋਵੇ, ਤਾਂ ਜਿਹੜੇ ਪਿਓ ਨੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ, ਉਹਨੂੰ ਪੁੱਛ ਕੇ ਦੇਖੋ ਕਿੰਨਾ ਕੁ ਭਾਰ ਹੈ। ਤੇ ਧੰਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਆਪਣੇ ਚਾਰ ਪੁੱਤਰ ਸਾਡੇ ਵਾਸਤੇ ਕੁਰਬਾਨ ਕੀਤੇ, ਤੇ ਕੁਰਬਾਨ ਵੀ ਉਹਨਾਂ ਵਾਸਤੇ ਕੀਤੇ ਜਿਨ੍ਹਾਂ ਦੀ 1% ਵੀ ਆਪਾਂ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਹਾਂ। ਆਪਣੇ ਵਾਸਤੇ ਕੀਤਾ ਨਾ ਸਾਰਾ ਕੁਝ। ਕੀ ਕਿਹਾ ਸੀ ਮਹਾਰਾਜ ਨੇ? ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ, ਚਾਰ ਮੂਏ ਤੋਂ ਕਿਆ ਹੁਆ ਜੀਵਤ ਗਈ 1000। ਕਿਹਦੇ ਵੱਲ ਮਹਾਰਾਜ ਨੇ ਬਾਂਹ ਕਰਕੇ ਕਿਹਾ ਸੀ ਬਈ? ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ, ਇਦਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸੀ ਸੰਗਤ ਵਿੱਚ। ਇਦਾਂ ਹੀ ਆ ਕੇ ਮਾਤਾਵਾਂ ਨੇ ਮੱਥਾ ਟੇਕ ਕੇ ਪੁੱਛਿਆ ਸੀ, ਮਹਾਰਾਜ ਮੇਰੇ ਸਾਹਿਬਜ਼ਾਦੇ ਕਿੱਥੇ ਹੈ? ਆਪਣੀ ਸੁਰਤ ਨੂੰ ਉੱਥੇ ਲਿਜਾ ਕੇ ਦੇਖੋ ਸੰਗਤ ਜੀ। ਇੱਕ ਗੱਲ ਆਪਣੇ ਪੱਲੇ ਬੰਨਿਓ, ਜਦੋਂ ਵੀ ਤੁਸੀਂ ਗੁਰੂ ਘਰੇ ਆਉਂਦੇ ਹੋ, ਸਤਸੰਗ ਦੇ ਵਿੱਚ ਆਉਂਦੇ ਹੋ, ਦੀਵਾਨ ਚੱਲਦੇ ਵਿੱਚ ਆਉਂਦੇ ਹੋ, ਨਮਸਕਾਰ ਕਰਦੇ ਹੋ, ਮੱਥਾ ਟੇਕ ਕੇ ਇਹ ਨਾ ਦੇਖਿਆ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ, ਇਹ ਨਹੀਂ ਵੇਖਣਾ ਕਦੇ ਵੀ। ਜੇ ਸੰਗਤ ਵਿੱਚੋਂ ਰਸ ਲੈਣਾ, ਜੇ ਸੰਗਤ ਵਿੱਚੋਂ ਸਵਾਦ ਲੈਣਾ ਨਾ ਜੀ, ਆਨੰਦ ਲੈਣਾ ਹੈ, ਇਹ ਸੋਚੋ ਗੁਰੂ ਨਾਨਕ ਸਾਹਿਬ ਜੀ ਪ੍ਰਤੱਖ ਬੈਠੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਹੁਣ ਆਪਾਂ ਸਾਰੇ ਬੈਠੇ ਆ ਟਿਕੇ ਹੋਏ ਨਾ, ਆਪਣੇ ਮਨ ਵਿੱਚ ਸੋਚ ਕੇ ਦੇਖੋ, ਇਸ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ, ਤੇ ਜੇ ਇਸ ਵਕਤ ਮਾਤਾ ਗੁਰੂ ਸਾਹਿਬ ਜੀ ਦੇ ਘਰੋਂ ਜਿਹੜੀਆਂ ਮਾਤਾਵਾਂ ਸਨ ਆ ਕੇ ਮੱਥਾ ਟੇਕ ਕੇ ਪੁੱਛਣ, ਸੱਚੇ ਪਾਤਸ਼ਾਹ ਸਾਡੇ ਸਾਹਿਬਜ਼ਾਦੇ ਕਿੱਥੇ ਨੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਬੈਠੇ ਕਹਿਣ, ਕਿਹਨੂੰ ਕਹਿਣ? ਇਨ ਪੁੱਤਰਨ ਕੇ ਸੀਸ ਪਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਹੜੇ ਪੁੱਤਰਾਂ ਦੇ ਸਿਰ ਉੱਪਰ? ਆ ਜਿਹੜੇ ਆਪਾਂ ਸਾਰੇ ਬੈਠੇ ਆ। ਕਿੱਡੀ ਮਾਣ ਵਾਲੀ ਗੱਲ ਸੀ ਸਾਡੇ ਵਾਸਤੇ। ਮਹਾਰਾਜ ਨੇ ਸਾਡੇ ਵੱਲ ਬਾਂਹ ਕਰਕੇ ਕਿਹਾ ਸੀ, ਜਦੋਂ ਕਹਿੰਦੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵੱਲ ਚੱਲੇ ਸੀ ਨਾ ਜੀ, ਚਮਕੌਰ ਦੀ ਗੜੀ ਵਿੱਚੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ, ਬਾਬਾ ਜੁਝਾਰ ਸਿੰਘ ਜੀ ਚੱਲੇ ਸੀ, ਤੇ ਸਾਹਿਬਜ਼ਾਦਿਆਂ ਦੇ ਜਾਣ ਤੋਂ ਪਹਿਲਾਂ ਸਿੰਘਾਂ ਨੇ ਇਕੱਠੇ ਹੋ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਗੌਰ ਕਰਿਓ ਭਾਈ। ਕੀ ਆਖਿਆ ਸੀ? ਸੱਚੇ ਪਾਤਸ਼ਾਹ ਜੀ ਦੋ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ ਕਿੱਥੇ ਹਨ, ਵੱਡਾ ਪਹਿਲਾਂ ਸ਼ਹੀਦ ਹੋ ਗਿਆ, ਇੱਕ ਰਹਿ ਗਿਆ, ਇਹਨੂੰ ਰੱਖ ਲਓ। ਮਹਾਰਾਜ ਕਹਿੰਦੇ ਕਿਉਂ ਰੱਖ ਲਾਂ ਬਈ? ਸੱਚੇ ਪਾਤਸ਼ਾਹ ਜੀ ਛੋਟਿਆਂ ਦਾ ਪਤਾ ਨਹੀਂ, ਵੱਡਾ ਸ਼ਹੀਦ ਹੋ ਗਿਆ, ਘੱਟੋ ਘੱਟ ਇਹਨੂੰ ਘੋੜੀ ਚੜ੍ਹਦੇ ਨੂੰ ਤਾਂ ਦੇਖ ਲਓ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਦਿਕ ਸਿੰਘਾਂ ਨੇ ਬੇਨਤੀ ਕੀਤੀ ਸੀ, ਤੇ ਮਹਾਰਾਜ ਨੇ ਪਤਾ ਕੀ ਜਵਾਬ ਦਿੱਤਾ ਸੀ? ਗੌਰ ਕਰਿਓ ਗੁਰੂ ਸਾਹਿਬ ਜੀ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਜੀ ਜਿੱਥੇ ਵੱਡਾ ਸ਼ਹੀਦ ਹੋ ਗਿਆ ਉੱਥੇ ਇਹ ਵੀ ਹੋ ਜਾਵੇ, ਛੋਟਿਆਂ ਦਾ ਪਤਾ ਨਹੀਂ, ਕੋਈ ਗੱਲ ਨਹੀਂ। ਤੁਸੀਂ ਕਹਿੰਦੇ ਹੋ ਇਹਨੂੰ ਘੋੜੀ ਚੜ੍ਹਦਾ ਦੇਖਾਂ ਮੈਂ, ਜਦੋਂ ਮੇਰੇ ਸਿੱਖਾਂ ਦੇ ਬੱਚੇ ਘੋੜੀ ਚੜ੍ਹਿਆ ਕਰਨਗੇ, ਉਹਨਾਂ ਦੇ ਵਿੱਚ ਦੀ ਮੈਂ ਆਪਣੇ ਸਾਹਿਬਜ਼ਾਦੇ ਦੇਖ ਲਿਆ ਕਰਾਂਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਮੇਰੇ ਸਿੰਘਾਂ ਦੇ, ਮੇਰੇ ਸਿੱਖਾਂ ਦੇ ਬੱਚੇ ਘੋੜੀ ਚੜ੍ਹਨਗੇ ਵਿਆਹੁਣ ਵਾਸਤੇ, ਉਹਨਾਂ ਵਿੱਚ ਦੀ ਮੈਂ ਦੇਖ ਲਿਆ ਕਰਾਂਗਾ ਆਪਣੇ ਸਾਹਿਬਜ਼ਾਦਿਆਂ ਨੂੰ। ਮੈਨੂੰ ਮਾਫ ਕਰਿਓ, ਆਪਣੇ ਅੰਦਰ ਨਿਗਾਹ ਮਾਰ ਕੇ ਦੇਖਿਓ, ਅੱਜ ਕਿਹੜੇ ਸਿੰਘ ਦੇ, ਕਿਹੜੇ ਸਿੱਖ ਦੇ ਬੱਚੇ ਦੀ ਘੋੜੀ ਚੜ੍ਹਦੀ ਵੱਲ ਦੇਖ ਕੇ ਲੱਗਦਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਦੀ ਬਰਾਤ ਚੜ੍ਹ ਰਹੀ ਹੈ। ਆਪਣੇ ਘਰਾਂ ਦੇ ਹਾਲਾਤ ਹਨ ਇਹ। ਗੁਰੂ ਸਾਹਿਬ ਸਾਡੇ ਵੱਲ ਦੇਖ ਕੇ ਖੁਸ਼ ਹੁੰਦੇ ਹੋਣ। ਕੀ ਕਿਹਾ ਸੀ ਭਲਾ ਮਹਾਰਾਜ ਨੇ? ਪੰਥ ਵਸੇ ਮੈਂ ਉਜੜਾ, ਮਨ ਚਾਉ ਕਨੇਰਾ। ਲੋ ਪੜਿਓ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇਂ, ਤੇ ਮੇਰਾ ਭਾਵੇਂ ਕੱਖ ਨਾ ਰਹੇ। ਖਾਲਸਾ ਸੁੱਖਾਂ ਦੀ ਨੀਂਦ ਸੋਵੇਂ, ਮੇਰਾ ਭਾਵੇਂ ਕੱਖ ਨਾ ਰਹੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇਂ, ਮੇਰਾ ਭਾਵੇਂ ਕੱਖ ਨਾ ਰਹੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੋਵੇਂ, ਮੇਰਾ ਭਾਵੇਂ ਕੱਖ ਨਾ ਰਹੇ। ਬੋਲੋ। ਖਾਲਸਾ ਸੁੱਖਾਂ ਦੀ ਨੀਂਦ ਸੋਵੇਂ, ਮੇਰਾ ਭਾਵੇਂ
ਸਤਿਗੁਰ ਕਹਿੰਦੇ ਮੇਰਾ ਭਾਵੇਂ ਕੱਖ ਨਾ ਰਹੇ, ਸਤਿਗੁਰ ਕਹਿੰਦੇ ਮੇਰਾ ਭਾਵੇਂ ਕੱਖ ਨਾ ਰਹੇ। ਮੇਰਾ ਭਾਵੇਂ ਕੱਖ ਨਾ ਰਹੇ, ਸਤਿਗੁਰ ਕਹਿੰਦੇ ਮੇਰਾ ਭਾਵੇਂ ਕੱਖ ਨਾ ਰਹੇ। ਮੇਰਾ ਭਾਵੇਂ ਕੱਖ ਨਾ ਰਹੇ। ਸੁਖੀ ਬਸੇ ਪਰਿਵਾਰ ਖਾਲਸਾ ਸੁਖੀ ਬਸੇ, ਸੁਖੀ ਬਸੇ ਪਰਿਵਾਰ ਖਾਲਸਾ ਸੁਖੀ ਬਸੇ। ਤੇ ਪਰਿਵਾਰ ਖਾਲਸਾ ਸੁਖੀ ਵਸੇ, ਸੁਖੀ ਵਸੇ ਪਰਿਵਾਰ ਖਾਲਸਾ ਸੁਖੀ ਵਸੇ। ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮਹਾਰਾਜ ਨੇ ਸਾਡੀ ਸੁੱਖ ਮੰਗੀ ਸੀ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ, ਉਹ ਮਹਾਂਪੁਰਸ਼ ਕਹਿੰਦੇ ਮਾਂ ਪਿਓ ਜਿਉਂਦਾ ਬੈਠਾ ਹੋਵੇ ਤਾਂ ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ ਪੈ ਜਾਵੇ, ਸਭ ਤੋਂ ਵੱਡਾ ਭਾਰ ਹੈ ਦੁਨੀਆ ਦਾ ਇਹ। ਤੇ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ 4 ਪੁੱਤਰਾਂ ਦੀ ਲਾਸ਼ ਨੂੰ ਮੋਢਾ ਦਿੱਤਾ। ਅੱਜ ਸਾਡੇ ਘਰਾਂ ਵਿੱਚੋਂ ਜਦੋਂ ਸਾਡੇ ਬੱਚਿਆਂ ਦੀਆਂ ਬਰਾਤਾਂ ਜਾਂਦੀਆਂ ਨੇ, ਦਿਸਦਾ ਕਿਸੇ ਪਾਸੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦੀ ਬਰਾਤ ਚੜ੍ਹ ਰਹੀ ਹੈ। ਮੈਂ ਬਹੁਤ ਥਾਵਾਂ ਤੇ ਬੇਨਤੀ ਕੀਤੀ ਪਹਿਲਾਂ ਵੀ, ਇਹ ਜਿਹੜੇ ਤੁਹਾਡੇ ਚੋਂ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੋਏਗਾ, ਕਿਸੇ ਸਿੱਖ ਦੇ ਬੱਚੇ ਬੱਚੀ ਦੇ ਉਹਨਾਂ ਸਮਾਂ ਆਨੰਦ ਕਾਰਜ ਨਹੀਂ ਸੀ ਹੁੰਦੇ ਜਿੰਨਾ ਸਮਾਂ ਆਸਾ ਦੀ ਵਾਰ ਦਾ ਕੀਰਤਨ ਨਹੀਂ ਸੀ ਹੋ ਜਾਂਦਾ। ਇਹ ਆਪਾਂ ਸਾਰੀਆਂ ਗੱਲਾਂ ਛੱਡ ਦਿੱਤੀਆਂ ਅੱਜ। ਫੇਰ ਸੁਣਿਓ, ਕਿਸੇ ਵੀ ਸਿੱਖ ਕਹਾਉਣ ਵਾਲੇ ਦੇ ਜਿਹਦੇ ਨਾਮ ਨਾਲ ਸਿੰਘ ਲੱਗਾ ਹੋਇਆ ਹੈ, ਉਹਦੇ ਬੱਚੇ ਬੱਚੀ ਦੀਆਂ ਲਾਵਾਂ ਨਹੀਂ ਸੀ ਹੁੰਦੀਆਂ ਉਹਨਾਂ ਸਮਾਂ ਜਿੰਨਾ ਸਮਾਂ ਆਸਾ ਦੀ ਵਾਰ ਦਾ ਕੀਰਤਨ ਨਹੀਂ ਸੀ ਹੁੰਦਾ। ਅੱਜ ਦੱਸੋ ਆਪਣੇ ਘਰਾਂ ਚੋਂ ਆਸਾ ਦੀ ਵਾਰ ਕਿੱਥੇ ਗਈ ਬਈ? ਤੁਹਾਡੇ 'ਚ ਕੋਈ ਬੰਦਾ ਬਾਂਹ ਖੜੀ ਕਰਕੇ ਗੱਲ ਕਹਿ ਦੇਵੇ ਕਿ ਮੈਂ ਆਪਣੇ ਮੁੰਡੇ ਦਾ ਵਿਆਹ ਕੀਤਾ, ਸਵੇਰੇ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਕਰਾਇਆ ਸੀ। ਆਪਾਂ ਮਰਿਆਦਾ ਭੰਗ ਦਿੱਤੀ, ਮਰਿਆਦਾ ਭੰਗ ਕਰ ਦਿੱਤੀ, ਤਾਂ ਹੀ ਦੁਖੀ। ਕੀ ਕਿਹਾ ਸੀ ਮਹਾਰਾਜ ਨੇ? ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਤੇਰਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਜਿੰਨਾ ਸਮਾਂ ਸਿੱਖ ਮਰਿਆਦਾ ਵਿੱਚ ਰਹੇ ਨੇ, ਰਹਿਤ ਵਿੱਚ ਰਹੇ ਨੇ, ਕੋਈ ਸਾਡਾ ਵਾਲ ਨਹੀਂ ਵਿੰਗਾ ਕਰ ਸਕਿਆ। ਪਰ ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਅਸੀਂ ਮਰਿਆਦਾ ਭੰਗ ਕਰ ਦਿੱਤੀ। ਹੁਣ ਸਾਡੇ ਘਰਾਂ 'ਚੋਂ ਆਸਾ ਦੀ ਵਾਰ ਕਿੱਥੇ ਹੈ? ਤੇ ਮੈਨੂੰ ਮਾਫ ਕਰਿਓ, ਦੁਖੀ ਹਿਰਦੇ ਨਾਲ ਗੱਲ ਕਹਿਣੀ ਪੈਂਦੀ ਹੈ। ਆਸਾ ਦੀ ਵਾਰ ਕਿਹਨੇ ਲਾਉਣੀ? ਰਾਤ ਨੂੰ ਡੀਜੇ ਦੀ ਵਾਰ ਹੀ ਖਹਿੜਾ ਨਹੀਂ ਛੱਡਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। 11-11 12-12 ਵਜੇ ਤੱਕ ਸਾਡੇ ਘਰਾਂ 'ਚੋਂ ਗੰਦੇ ਗਾਣੇ ਨਹੀਂ ਮੁੱਕਦੇ। ਸਵੇਰ ਨੂੰ ਕਿਹੜੇ ਨੇ ਉੱਠ ਕੇ ਆਸਾ ਦੀ ਵਾਰ ਦਾ ਕੀਰਤਨ ਕਰਨਾ ਕਰਾਉਣਾ? ਮੌਜ ਸਾਰਿਆਂ ਨੂੰ ਲੱਗੀ ਹੋਈ ਹੈ, ਤੁਹਾਨੂੰ ਵੀ ਲੱਗੀ ਹੈ, ਸਾਨੂੰ ਵੀ ਲੱਗੀ ਹੈ। ਤੁਸੀਂ ਕਰਾਉਣੋਂ ਹਟ ਗਏ, ਅਸੀਂ ਕਰਨੋਂ ਹਟ ਗਏ। ਯਾਦ ਸਾਡੇ ਲਾਣੇ ਦੇ ਵੀ ਨਹੀਂ ਹੈ ਆਸਾ ਦੀ ਵਾਰ। ਹੁਣ ਜਿੰਨਾ ਸਮਾਂ ਸਿੱਖ ਮਰਿਆਦਾ ਵਿੱਚ ਬੱਝਾ ਰਹੇਗਾ, ਉਹਨਾਂ ਸਮਾਂ ਗੁਰੂ ਸਾਹਿਬ ਜੀ ਦੀ ਪ੍ਰਤੀਤ ਕਰਨਗੇ, ਇਹਦੇ ਸਿਰ ਤੇ ਖੜੇ ਹੋਣਗੇ, ਮਹਾਰਾਜ ਆਪਣਾ ਹੱਥ ਰੱਖਣਗੇ ਸਿਰ ਦੇ ਉੱਪਰ। ਪਰ ਜਦੋਂ ਆਪਣੀ ਖਿੱਚੀ ਹੋਈ ਲਕੀਰ ਵਿੱਚੋਂ ਸਿੱਖ ਬਾਹਰ ਜਾਏਗਾ, ਮਹਾਰਾਜ ਕਹਿੰਦੇ ਫਿਰ ਮੈਂ ਨਾ ਕਰੋ ਮੈਨੂੰ ਕੀ ਪ੍ਰਤੀਤ, ਮੈਂ ਨਹੀਂ ਇਹਨਾਂ ਦੀ ਪ੍ਰਤੀਤ ਕਰਦਾ, ਮੈਂ ਨਹੀਂ ਜਾਣਦਾ ਕੌਣ ਨੇ। ਸੱਚੇ ਪਾਤਸ਼ਾਹ ਦਾ ਸਿੱਖ ਨੂੰ ਕੀ ਹੁਕਮ ਸੀ? ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਨੂੰ ਚੱਲੇ ਨੇ, ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ, ਤੁਸੀਂ ਚੱਲੇ ਹੋ, ਤੁਹਾਡੇ ਤੋਂ ਬਾਅਦ ਵਿੱਚ ਸਾਡਾ ਕੌਣ ਵਾਦੀ ਵਾਰਸ ਹੈ? ਸੱਚੇ ਪਾਤਸ਼ਾਹ ਤੁਹਾਡੇ ਜਾਣ ਤੋਂ ਬਾਅਦ ਵਿੱਚ ਅਸੀਂ ਕੀ ਕਰਾਂਗੇ? ਸਾਡੇ ਤੇ ਕੋਈ ਵਿਪਤਾ ਪੈ ਗਈ ਤਾਂ? ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਤੇ ਮਹਾਰਾਜ ਨੇ 2 ਕੰਮ ਕਰਨ ਨੂੰ ਕਿਹਾ ਸੀ। ਗੌਰ ਕਰਿਓ, ਨਾਲੇ ਦੇਖਿਓ ਆਪਾਂ ਇਹ ਕੰਮ ਕਰਦੇ ਹੁਣ ਕਿ ਨਹੀਂ ਕਰਦੇ। ਇਹ ਚੀਜ਼ ਹੈ ਆਪਣੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ 52 ਬਚਨ ਆਪਣੇ ਸਿੱਖ ਨੂੰ ਦਿੱਤੇ ਸੀ। 52 ਉਹਨਾਂ 52 ਦੇ ਵਿੱਚੋਂ 2 ਬਚਨ ਮਹਾਰਾਜ ਨੇ ਖਾਸ ਕਰਕੇ ਦਿੱਤੇ ਸੀ ਆਪਣੇ ਸਿੱਖ ਨੂੰ, ਖਾਲਸੇ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੰਘੋ ਖਾਲਸਿਓ ਤੁਸੀਂ ਕਹਿੰਦੇ ਹੋ ਮੇਰੇ ਤੋਂ ਬਾਅਦ ਤੁਹਾਡਾ ਕੀ ਬਣੇਗਾ?
दो काम ना छड्डिओ, दो काम सच्चे पातशाह किहड़े? महाराज ने आख्या सी एक तां गुरबाणी दा अभ्यास ना छड्डिओ, गुरबाणी दा पल्ला ना छड्डिओ, ते दूजा शास्त्र ना छड्डिओ। आखो सतनाम श्री वाहिगुरु। ध्यान दिओ भाई, एक तां गुरबाणी दा अभ्यास गुरबाणी ना छड्डिओ, दूजा शास्त्र ना छड्डिओ। ਤੇ ਹੁਣ ਦੇਖੋ ਨਿਗਾਹ ਮਾਰੋ ਆਪਣੇ ਘਰਾਂ ਵਿੱਚ ਆਪਾਂ ਕਿਹੜੇ ਬਚਨ ਤੇ ਪਹਿਰਾ ਦਿੰਦੇ ਆ ਬਈ ਕਿਹਦੇ ਘਰ ਵਿੱਚ ਸ਼ਾਸਤਰ ਪਏ ਨੇ, ਕਿਹੜਾ ਗੁਰਬਾਣੀ ਦਾ ਅਭਿਆਸ ਕਰਦਾ ਹੈ। ਜਿੰਨੇ ਹੁਣ ਤੱਕ ਸ਼ਹੀਦ ਹੋਏ ਨੇ, ਜਿੰਨੀਆਂ ਕੁਰਬਾਨੀਆਂ ਹੋਈਆਂ ਨੇ, ਜਿੰਨੇ ਸੇਵਾਦਾਰ ਹੋਏ ਨੇ, ਮਹਾਂਪੁਰਸ਼ ਹੋਏ ਨੇ, ਸਾਰੇ ਅਭਿਆਸੀ ਸੀ ਗੁਰਬਾਣੀ ਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ। 13 ਸਾਲ ਦੀ ਉਮਰ ਦੇ ਵਿੱਚ 13 ਸਾਲ ਦੀ ਉਮਰ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਹਰ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰਦੇ ਹੁੰਦੇ ਸੀ। ਆਖੋ ਸਤਨਾਮ श्री वाहिगुरु। 21 ਪਾਠ। ਜਿੱਦਾਂ ਜਿੱਦਾਂ ਉਮਰ ਵੱਧਦੀ ਗਈ, ਅਭਿਆਸ ਵੱਧਦਾ ਗਿਆ, ਭਰ ਜਵਾਨੀ ਦੇ ਵਿੱਚ ਜਾ ਕੇ ਕਹਿੰਦੇ ਮਹਾਂਪੁਰਸ਼ਾਂ ਦੇ 151 ਪਾਠ ਜਪਜੀ ਸਾਹਿਬ ਦੇ ਰੋਜ਼ ਹੁੰਦੇ ਸੀ। 151 ਪਾਠ। ਗੁਰਬਾਣੀ ਦਾ ਅਭਿਆਸ ਨਹੀਂ ਛੱਡਿਆ। ਐਵੇਂ ਤਾਂ ਨਹੀਂ ਮਹਾਂਪੁਰਸ਼ਾਂ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ, ਐਵੇਂ ਤਾਂ ਨਹੀਂ ਯਾਦਾਂ ਮਨਾਈਆਂ ਜਾਂਦੀਆਂ। ਕਿੰਨਾ ਜ਼ੋਰ ਸਰਕਾਰਾਂ ਨੇ ਲਾ ਲਿਆ ਖਤਮ ਕਰਨ ਵਾਸਤੇ। ਗਿਆਨੀ ਜਰਨੈਲ ਸਿੰਘ ਦਾ ਨਾਮ ਖਤਮ ਕਰ ਦਿਓ, ਨੌਜਵਾਨਾਂ ਦਿਲਾਂ ਵਿੱਚ ਉਹਨਾਂ ਨੂੰ ਕੱਢ ਦਿਓ। ਕਿਸੇ ਨੇ ਅੱਤਵਾਦੀ ਕਿਹਾ, ਕਿਸੇ ਨੇ ਵੱਖਵਾਦੀ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਪਰ ਮਹਾਂਪੁਰਸ਼ ਅੱਜ ਵੀ ਸਾਡੇ ਦਿਲਾਂ 'ਚ ਉੱਦਾਂ ਹੀ ਵਸਦੇ ਜਿਵੇਂ ਅੱਜ ਤੋਂ 84 ਦੇ ਸਮੇਂ 'ਚ ਵਸਦੇ ਸੀ। ਜਿਨ੍ਹਾਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਨਹੀਂ ਕੀਤੇ ਹਨ, ਨਾਮ ਸੁਣਿਆ, ਉਹ ਵੀ ਅੱਜ ਨਾਮ ਸੁਣ ਕੇ ਉਹਨਾਂ ਪਿੱਛੇ ਕੁਰਬਾਨੀ ਕਰਨ ਨੂੰ ਤਿਆਰ ਹੋ ਜਾਂਦੇ। ਉਹ ਕਿਹੜੀ ਪਾਵਰ ਹੈ? ਉਹ ਗੁਰਬਾਣੀ ਦੀ ਪਾਵਰ ਹੈ। ਮਹਾਰਾਜ ਨੇ ਆਖਿਆ ਸੀ ਸਿੱਖੋ ਦੋ ਕੰਮ ਨਾ ਛੱਡਿਓ, ਗੁਰਬਾਣੀ ਦਾ ਅਭਿਆਸ ਨਾ ਛੱਡਿਓ, ਦੂਜਾ ਸ਼ਾਸਤਰ ਨਾ ਛੱਡਿਓ। ਅਸੀਂ ਗੁਰਬਾਣੀ ਦਾ ਅਭਿਆਸ ਵੀ ਛੱਡ ਦਿੱਤਾ, ਅਸੀਂ ਸ਼ਾਸਤਰ ਵੀ ਛੱਡ ਦਿੱਤੇ, ਤਾਂ ਹੀ ਧੱਕੇ ਖਾਂਦੇ ਫਿਰਦੇ। ਆਖੋ ਸਤਨਾਮ श्री वाहिगुरु। ਹਜੂਰ ਸਾਹਿਬ ਜਾਓ ਨਾ ਕਦੇ, ਹਜੂਰ ਸਾਹਿਬ ਦੀ ਧਰਤੀ ਤੇ ਜਿਹੜੇ ਦੱਖਣੀ ਸਿੰਘ ਨੇ, ਚਾਹੇ ਤਾਂ ਪੈਂਟ ਕਮੀਜ਼ ਹੀ ਪਾ ਕੇ ਰੱਖਣ, ਚੋਲਾ ਪਾਉਣ ਚਾਹੇ ਨਾ ਪਾਉਣ, ਆਪਣੇ ਘਰਾਂ ਵਿੱਚ ਹੀ ਰਹਿੰਦੇ ਹੋਣ, ਸ਼ਾਸਤਰ ਹਰ ਇੱਕ ਦੇ ਗਾਤਰੇ ਹੋਏਗਾ। 3 ਫੁੱਟ ਦੀ ਕਿਰਪਾਨ ਹਰ ਸਿੰਘ ਦੇ ਗਾਤਰੇ ਹੋਏਗੀ। ਇਹ ਗੱਲ ਯਾਦ ਰੱਖਿਓ, ਤੁਹਾਨੂੰ ਚਲਾਉਣਾ ਆਵੇ ਚਾਹੇ ਨਾ ਆਵੇ। ਪਾਈ ਹੋਈ ਸ਼੍ਰੀ ਸਾਹਿਬ ਦੇਖ ਕੇ ਬੰਦਾ 100 ਵਾਰੀ ਤੁਹਾਡੀ ਪੱਗ ਨੂੰ ਹੱਥ ਪਾਉਣ ਤੋਂ ਪਹਿਲਾਂ ਸੋਚਦਾ ਹੈ। ਆਖੋ ਸਤਨਾਮ श्री वाहिगुरु। ਇਹ ਨਿਘਾਰ ਵੱਲ ਸਾਡੇ ਜਾਣ ਦੇ ਕਾਰਨ ਇਹ ਹੈ। ਮਹਾਰਾਜ ਨੇ ਕਿਹਾ ਸੀ ਰਹਿਤ ਨਾ ਛੱਡਿਓ ਭਾਈ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ, मैं उसका तेरा ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ। ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ। ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ। ਮੈਨੂੰ ਸਿੱਖ ਨਾ ਪਿਆਰਾ ਲੱਗਦਾ, रहत प्यारी लगदी। मैनू सिख ना प्यारा लगदा, रहत प्यारी
ਜਿੰਨਾ ਸਮਾਂ ਆਪਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਮਰਿਆਦਾ ਵਿੱਚ ਨਹੀਂ ਆਉਂਦੇ, ਉਹਨਾਂ ਸਮਾਂ ਸਿੱਖ ਕੌਮ ਦੀ ਕਦੇ ਚੜ੍ਹਦੀ ਕਲਾ ਨਹੀਂ ਹੋ ਸਕਦੀ ਹੈ। ਮੈਨੂੰ ਮਾਫ਼ ਕਰ ਦਿਓ, ਚਾਹੇ ਕਿਸੇ ਨੂੰ ਗੁੱਸਾ ਲੱਗੇ, ਜਿੰਨੇ ਮਰਜ਼ੀ ਖੰਡ ਪਾਠ ਕਰਵਾ ਲਿਓ, ਜਿੰਨੇ ਮਰਜ਼ੀ ਸਮਾਗਮ ਕਰਵਾ ਲਿਓ, ਜੋ ਮਰਜ਼ੀ ਕਰ ਲਿਓ, ਜਿੰਨਾ ਸਮਾਂ ਰਹਿਤ ਵਿੱਚ ਨਹੀਂ ਆਉਂਦੇ ਉਹਨਾਂ ਸਮਾਂ ਗੱਲ ਕਦੇ ਨਹੀਂ ਬਣੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਬੰਦਾ ਫੌਜ ਦੀ ਵਰਦੀ ਵੀ ਫੌਜੀ ਦੀ ਪਾਈ ਫਿਰੇ, ਸਾਰਾ ਕੁਛ ਐਨ ਫੌਜੀਆਂ ਵਾਂਗੂ ਰਹਿਤ ਬਹਿਤ ਆਪਣੀ ਕਰ ਲਵੇ ਬਾਹਰੋਂ ਦੇਖਣ ਵਾਸਤੇ, ਜਿੰਨਾ ਸਮਾਂ ਫੌਜ ਦੇ ਅਸੂਲ ਨਹੀਂ ਮੰਨਦਾ, ਜਿੰਨਾ ਸਮਾਂ ਫੌਜ ਦੇ ਵਿੱਚ ਰਹਿਣ ਵਾਲਾ ਜਿਹੜੇ ਅਸੂਲ ਨੇ ਉਹਨਾਂ ਤੇ ਨਹੀਂ ਕਾਇਮ ਹੁੰਦਾ, ਉਹਨਾਂ ਸਮਾਂ ਉਹ ਬੰਦਾ ਕਿਸੇ ਕੰਮ ਦਾ ਨਹੀਂ ਹੈ। ਨੋਟ ਉੱਪਰ ਮੋਹਰ ਲੱਗੀ ਹੋਏਗੀ ਤੇ ਤਾਂ ਕਦਰ ਪਏਗੀ, ਮੋਹਰ ਤੋਂ ਬਿਨਾਂ ਨੋਟ ਨਹੀਂ, ਕਾਗਜ਼ ਦਾ ਟੁਕੜਾ ਹੀ ਹੁੰਦਾ ਹੈ। ਤੇ ਆਪਾਂ ਇਸ ਟਾਈਮ ਸਾਰੇ ਜਿਹੜੇ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ, ਅਮਰ ਦੀ ਦਾਤ ਤੋਂ ਵਾਂਝੇ ਬੈਠੇ ਆ ਨਾ, ਸਾਰੇ ਕਾਗਜ਼ ਦੇ ਟੁਕੜੇ ਹੀ ਆ, ਕਦਰ ਨਹੀਂ ਪੈਣ ਲੱਗੀ। ਤੁਹਾਨੂੰ ਬੇਨਤੀ ਮੈਂ ਕੀਤੀ ਸੀ, ਕਿਹਦੇ ਨਾਲ ਪਿਆਰ ਤੇਰਾ ਦੱਸੀ ਦਸ਼ਮੇਸ਼ ਪਿਤਾ, ਆਏ ਕਿ ਫਕੀਰ ਇੱਕ ਅਰਜ਼ ਗੁਜ਼ਾਰਦਾ, ਸੱਚੇ ਪਾਤਸ਼ਾਹ ਤੁਹਾਡਾ ਪਿਆਰ ਕਿਹਦੇ ਨਾਲ ਹੈ? ਗੁਰੂ ਸਾਹਿਬ ਨੂੰ ਪੁੱਛਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ। ਸੱਚੇ ਪਾਤਸ਼ਾਹ ਤੁਹਾਡਾ ਆਪਣੇ ਪੁੱਤਰਾਂ ਨਾਲ ਪਿਆਰ ਹੁੰਦਾ, ਤੁਸੀਂ ਜੰਗ ਵੱਲ ਨਾ ਤੋਰਦੇ, ਉਹਨਾਂ ਨੂੰ ਹੱਥੀ ਨਾ ਆਪਣੇ ਤੋਰਦੇ। ਮਹਾਰਾਜ ਜੇ ਤੁਹਾਡਾ ਆਪਣੇ ਬਾਪ ਨਾਲ ਪਿਆਰ ਹੁੰਦਾ ਤਾਂ ਦਿੱਲੀ ਵੱਲ ਨਾ ਤੋਰਦੇ। ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ ਨਾ, ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਿਸਾਰਦਾ। ਗੁਰੂ ਸਾਹਿਬ ਜੀ ਤੁਹਾਨੂੰ ਮਾਇਆ ਚੰਗੀ ਲੱਗਦੀ ਹੁੰਦੀ ਤਾਂ ਸਰਸਾ ਨਦੀ ਵਿੱਚ ਤੁਸੀਂ ਆਪਣੀਆਂ ਪੰਡਾਂ ਦੀਆਂ ਪੰਡਾਂ ਨਹੀਂ ਸੀ ਰੋੜਨ ਲੱਗੇ। ਤੁਹਾਨੂੰ ਮਾਇਆ ਵੀ ਪਿਆਰੀ ਨਹੀਂ, ਤੁਹਾਨੂੰ ਬਾਪ ਵੀ ਪਿਆਰਾ ਨਹੀਂ। ਸੱਚੇ ਪਾਤਸ਼ਾਹ ਜੀ ਤੁਹਾਨੂੰ ਆਪਣੇ ਪੁੱਤ ਵੀ ਪਿਆਰੇ ਨਹੀਂ। ਜੇ ਤੁਹਾਨੂੰ ਆਪਣੀ ਨਗਰੀ ਨਾਲ ਪਿਆਰ ਹੁੰਦਾ ਆਨੰਦਪੁਰ ਨਾ ਛੱਡਦੇ। ਮਾਰੇ ਤੁਹਾਡਾ ਪਿਆਰ ਕਿਹਦੇ ਨਾਲ ਹੈ? ਲਓ ਸੁਣਿਓ ਧਿਆਨ ਨਾਲ। ਅੱਗੋਂ ਹੱਸ ਬੋਲੇ ਗੁਰੂ ਸ਼੍ਰੀ ਦਸ਼ਮੇਸ਼ ਪਿਤਾ, ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ ਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾ ਮੈਨੂੰ ਪੁੱਤ ਪਿਆਰੇ ਹੈ, ਨਾ ਮੈਨੂੰ ਬਾਪ ਪਿਆਰਾ ਹੈ, ਨਾ ਮੈਨੂੰ ਮਾਂ ਪਿਆਰੀ, ਮੈਨੂੰ ਅੰਮ੍ਰਿਤ ਦੀ ਧਾਰ ਖੰਡੇ ਚੋਂ ਬਖਸ਼ਿਸ਼ ਕੀਤਾ ਅੰਮ੍ਰਿਤ ਚੰਗਾ ਲੱਗਦਾ ਹੈ। ਤੇ ਜਿਹੜੇ ਅੰਮ੍ਰਿਤ ਤੋਂ ਵਾਂਝੇ ਫਿਰਦੇ ਆਪਾਂ ਅੱਜ ਸਾਰੇ, ਜਿਨ੍ਹਾਂ ਨੇ ਨਹੀਂ ਛਕਿਆ ਹੋਇਆ, ਉਹ ਜੇ ਕਿਸੇ ਨੂੰ ਆਖੋ ਨਾ ਅੰਮ੍ਰਿਤ ਛਕ ਲਓ, ਕਹਿਣਗੇ ਮਨ ਸਾਫ਼ ਹੋਣਾ ਚਾਹੀਦਾ। ਅੰਮ੍ਰਿਤ ਵਿੱਚ ਕੀ ਰੱਖਿਆ ਜੀ? ਮੈਂ ਤੇ ਸਵੇਰੇ ਸ਼ਾਮ ਨਿਤਨੇਮ ਵੀ ਕਰਦਾ, ਖਾਂਦਾ ਪੀਂਦਾ ਮੈਂ ਕੁਝ ਨਹੀਂ, ਮਾੜਾ ਕੰਮ ਸਾਡੇ ਘਰੇ ਨਹੀਂ ਹੁੰਦਾ, ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਦਿਲ ਸਾਫ਼ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ ਹੈ। ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਨਾ ਜੀ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਦੀ ਕੀ ਲੋੜ ਹੈ? ਮਾਫ਼ ਕਰਿਓ, ਤੁਹਾਡੀ ਸਿੱਧੀ ਉਂਗਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਹੁੰਦੀ। ਸੱਚੇ ਪਾਤਸ਼ਾਹ ਤੁਸੀਂ ਤਾਂ ਛਕਿਆ, ਤੁਹਾਡਾ ਮਨ ਸਾਫ਼ ਨਹੀਂ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਮੇਰਾ ਸਾਫ਼ ਹੈ ਮੈਂ ਤਾਂ ਨਹੀਂ ਛਕਦਾ। ਗੁਰੂ ਗੋਬਿੰਦ ਸਿੰਘ ਨੇ ਛਕਿਆ ਨਾ, ਤੁਹਾਡਾ ਸਾਫ਼ ਨਹੀਂ ਸੀ, ਤੁਸੀਂ ਤਾਂ ਛਕਿਆ। ਕਮਾਲ ਦੀ ਗੱਲ ਹੈ। ਅੰਮ੍ਰਿਤ ਤੋਂ ਬਿਨਾਂ ਗਤੀ ਨਹੀਂ ਹੋਏਗੀ। ਮਰਦ ਨੇ ਆਖਿਆ ਸੀ ਮੈਨੂੰ ਖੰਡੇ ਦਾ ਅੰਮ੍ਰਿਤ ਪਿਆਰਾ ਹੈ। ਜੇ ਕਿਸੇ ਨੇ ਮੇਰੀ ਖੁਸ਼ੀ ਲੈਣੀ ਹੋਵੇ ਤਾਂ ਅੰਮ੍ਰਿਤਧਾਰੀ ਹੋਵੇ, ਰਹਿਤ ਵਿੱਚ ਪੱਕਾ ਰਹੇ। ਆਪਾਂ ਗੁਰੂ ਸਾਹਿਬ ਜੀ ਦੀ ਯਾਦ ਮਨਾ ਰਹੇ ਆ ਨਾ ਹੁਣ, ਤੇ ਜੇ ਆਖੀਏ ਖੰਡ ਪਾਠ ਕਰਵਾ ਦਿੱਤਾ, ਲੰਗਰ ਲਾ ਦਿੱਤਾ, ਕੀਰਤਨੀ ਜਥਾ ਬੁਲਾ ਲਿਆ, ਕੀਰਤਨ ਕਰਾ ਲਿਆ ਤੇ ਗੱਲ ਖਤਮ ਹੈ, ਨਹੀਂ ਖਤਮ ਨਹੀਂ, ਗੱਲ ਸ਼ੁਰੂ ਇੱਥੋਂ ਹੋਏਗੀ, ਖਤਮ ਨਹੀਂ ਹੋਏਗੀ। ਜਦ ਵੀ ਤੁਸੀਂ ਕੋਈ ਸਮਾਗਮ ਕਰਵਾਉਂਦੇ ਹੋ ਨਾ, ਸਮਾਗਮ ਕਰਾਉਣ ਤੋਂ ਬਾਅਦ ਵਿੱਚ ਦੇਖਿਆ ਕਰੋ ਗੁਰੂ ਘਰ ਵਿੱਚ ਕਿੰਨੀ ਸੰਗਤ ਦੀ ਗਿਣਤੀ ਵਧੀ ਹੈ। ਕਿੰਨੇ ਲੋਕੀ ਸਾਡੇ ਖੰਡ ਪਾਠ ਕਰਵਾਉਣ ਨਾਲ, ਪ੍ਰਚਾਰ ਕਰਾਉਣ ਨਾਲ ਗੁਰੂ ਘਰ ਆਉਣੇ ਸ਼ੁਰੂ ਹੋ ਗਏ ਹੈ। ਸੰਗਤ ਵਧੀ ਹੈ ਜਾਂ ਘਟੀ ਹੈ? ਕਿੰਨਿਆਂ ਨੇ ਅੰਮ੍ਰਿਤ ਛਕ ਲਿਆ, ਕਿੰਨਿਆਂ ਨੇ ਸ਼ਰਾਬ ਛੱਡ ਦਿੱਤੀ ਹੈ, ਕਿੰਨਿਆਂ ਨੇ ਮਾੜੇ ਕਰਮ ਕਰਨੇ ਛੱਡ ਦਿੱਤੇ ਹਨ। ਇਹ ਹੈ ਤੁਹਾਡੇ ਸਮਾਗਮ ਦਾ ਰਿਜ਼ਲਟ। ਆਪਾਂ ਇੱਥੇ ਨਾ ਖੜੇ ਹੋਈਏ ਖੰਡ ਪਾਠ ਕਰਵਾ ਕੇ, ਲੰਗਰ ਲਾ ਕੇ ਆਪੋ ਆਪਣੇ ਘਰੇ। ਇਹ ਤਾਂ ਸ਼ੁਰੂਆਤ ਹੈ ਇੱਥੇ ਤਾਂ। ਮੈਂ ਤੁਹਾਨੂੰ ਬੇਨਤੀ ਆਰੰਭ ਵਿੱਚ ਕੀਤੀ ਸੀ ਕਿ ਹਿੰਦੁਸਤਾਨ ਦਾ ਇਤਿਹਾਸ ਉਸ ਕਵੀ ਨੇ ਲਿਖਿਆ। ਉਹ ਕਹਿੰਦਾ ਦੋ ਸੁਤ ਰਹੇ ਕਰ ਮਨ ਕੋ ਸੁਧਾਰੇ, ਦੋ ਦਸ਼ਰਥ ਗਿਰ ਕਰ ਪ੍ਰਾਨ ਕੋ ਨਿਕਾਰਾ ਹੈ। ਤ੍ਰੇਤੇ ਯੁੱਗ ਦਾ ਇਤਿਹਾਸ ਪੜ੍ਹ ਕੇ ਦੇਖ ਲਓ। ਭਗਵਾਨ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਹੋਇਆ ਸੀ ਨਾ ਜੀ, 14 ਸਾਲ ਦਾ। ਜਦੋਂ ਆਪਣੇ ਮਹਿਲਾਂ ਚੋਂ ਜਾਣ ਲੱਗੇ ਨੇ ਭਗਵਾਨ ਰਾਮਚੰਦਰ ਜੀ, ਤੇ ਕਹਿੰਦੇ ਉਹਨਾਂ ਦੇ ਬਾਪੂ ਜਿਹੜਾ ਸੀ ਨਾ, ਉਹਨਾਂ ਦਾ ਪਿਤਾ ਸੀ ਜਿਹੜਾ ਦਸ਼ਰਥ, ਉਹ ਆਪਣੇ ਮਹਿਲਾਂ ਦੀ ਛੱਤ ਤੇ ਚੜ੍ਹ ਗਿਆ। ਨਾਲੇ ਇਕੱਲੇ ਨਹੀਂ ਚੱਲੇ ਸੀ, ਬਨਵਾਸ ਹੋਇਆ ਭਗਵਾਨ ਰਾਮਚੰਦਰ ਜੀ ਨੂੰ, ਨਾਲ ਮਾਤਾ ਸੀਤਾ ਤੇ ਛੋਟਾ ਭਰਾ ਲਛਮਣ ਵੀ ਨਾਲ ਜਾ ਰਿਹਾ।
ਛੱਤ ਤੇ ਚੜ੍ਹ ਕੇ ਆਪਣੇ ਜਾਂਦੇ ਪੁੱਤ ਵੱਲ ਭਗਵਾਨ ਰਾਮਚੰਦਰ ਜੀ ਵੱਲ ਦਸ਼ਰਥ ਦੇਖਦਾ ਰਿਹਾ। ਜਿੰਨਾ ਸਮਾਂ ਪੁੱਤ ਦਿਸਦਾ ਰਿਹਾ ਉਹਨਾਂ ਸਮਾਂ ਖੜਾ ਰਿਹਾ। ਜਦੋਂ ਪੁੱਤ ਦਿਸਣੋਂ ਹਟ ਗਿਆ ਛਾਲ ਮਾਰ ਕੇ ਮਰ ਗਿਆ। ਆਪਣੇ ਪੁੱਤ ਦਾ ਵਿਛੋੜਾ ਨਹੀਂ ਸਹਿ ਸਕਿਆ। 2 ਸੁੱਤ ਰਹੇ ਘਰ, 4 ਪੁੱਤਰ ਸੀ ਨਾ ਦਸ਼ਰਥ ਦੇ। 2 ਘਰ ਨੇ, 2 ਗਏ ਨੇ ਬਨਵਾਸ ਤੇ। 2 ਸੁੱਤ ਰਹੇ ਘਰ, ਬਨ ਕੋ ਸੁਧਾਰੇ ਦੋ, दशरथ गिर कर प्राण को निखारा है। आस अस्थामा तो द्रोणा जी ने प्राण त्यागे, नारे और कुंचन का भेद ना विचारा है। महाभारत का जंग होया ते कहते ने द्रोणाचार्य का लड़का सी जी अश्वत्थामा। ये किसी कोलों बस में नहीं सी आउंदा द्रोणाचार्य। जो जंग होंदी सी, लड़ाई होंदी सी, तरकीब ये बनाई गई, कह लगे यदा अपने पुत नाल बहुत प्यार है द्रोणाचार्य का। किसी ना किसी तरीके ये कन्ना तक खबर पहुँचती कर दिओ तेरा पुत्र मर गया। कहते जे इन्नी गल इन्हें सुन ली, इन्हें हथियार सिट देने आ, मरिया ही समझो। तुहानू बेनती मैं कर रहा गुरु गोबिंद सिंह महाराज जी का कितना तगड़ा जिगरा होएगा जिन्हां ने अपने 4 अपने हथी तोरे। इत्थे एक दी पीड़ नहीं कोई डरदा है। आस अस्थामा तो द्रोणा जी ने प्राण त्यागे। कहते एक हाथी लैके आंदा उन्होंने, उस हाथी का नाम रखिया अश्वत्थामा। वो खड़ा खड़ोता हाथी मार के रौला पा दिता भी अश्वत्थामा मर गया। आस अस्थामा हतो नरो वा कुंचरो। हौली जना कहता ये नहीं पता हाथी मरिया, नहीं पता बंदा मरिया। जदों ये गल उड़दी उड़दी कहते द्रोणाचार्य के कन्नी पई ना जाके भी अश्वत्थामा मर गया। सोचिया नहीं भी कौन मरिया, हाथी मरिया कि मेरा पुत मरिया। उत्थे अपने हथियार सुटते ते द्रोणाचार्य कहते हार्ट अटैक होके मर गया। आस अस्थामा तो द्रोणा जी ने प्राण त्यागे, नारे और कुंचर का भेद ना विचारा है। ये नहीं सोचिया भी बंदा मरिया या हाथी मरिया, ये सुन लिया भी अश्वत्थामा मर गया, भाव मेरा पुत मर गया। अगे आ जाओ थोड़ा जहा। 100 पूत मुए जब वशिष्ठ मुनि ज्ञानी जी के, तन पत्थर बांध तन ब्यासरी में डारा है। त्रेते युग के भगवान रामचंद्र के गुरु वशिष्ठ मुनि जी, इन्हों के 100 पुत सी। श्राप देता किसी ऋषि ने, कहन लगा कुछ आपस में गलबात उदा नहीं होगी, बहुता विस्तार मैं ना करा। 100 का 100 पुत मर गया वशिष्ठ मुनि का। भगवान रामचंद्र का गुरु वशिष्ठ मुनि अपने गल में पत्थर बन के दरिया छाल मार गया। कहता अपने पिता तो बिना बच नहीं मिल सकता। आखो सतनाम श्री वाहिगुरु। 100 पूत मुए जब वशिष्ठ मुनि ज्ञानी जी के, तन पत्थर बांध तन ब्यासरी में डारा है। सतलुज दरिया में जाके छाल मारी, कहते उन्हें नहीं डोबिया। कहन लगा तू भगवान रामचंद्र का गुरु है, तेनों मैं डोब नहीं सकता। सतलुज का नाम सतलुज क्यों पिया? सत कहते ने जी 100 नूं, लुज कहते ने वहण नूं। जदों कहते ने भगवान रामचंद्र के गुरु वशिष्ठ मुनि ने छाल मारी सी ना दरिया दे विच, इन्हें अपने 100 वहण बना ले सी दरिया ने। 100 कहता मैं तेनों डोब नहीं सकता। उदों तो नाम सतलुज पिया दा। उतों निकलिया कहता चंगा तू नहीं डोब सकता, मैं ब्यास दरिया में छाल मार के मर जावांगा। ब्यास दरिया में छाल मारी, कहते उन्हें भी नहीं डोबिया। ब्यास का असली नाम है विपास, ते विपास का अर्थ होंदा फाही कट्टण वाला। जिहड़ा गल में पत्थर पा के छाल मारी सी ना संगल पा के, वो कहते ब्यास ने तोड़ के सुट दिता ते लिया के किनारे ते मारिया, मैं तेनों डोब नहीं सकता। तां नाम उहदा ब्यास पिया। कहते क्यों नहीं डोब सकता? कहते तू है त्रेते युग के अवतार भगवान रामचंद्र का गुरु, जे मैं तेनों डोब दिता मेरे मत्थे ते कलंक लग जाएगा। तू डुबना क्यों चाहता है? कहते वशिष्ठ मुनि ज्ञानी कहता मैं अपने पुत्तां दा विछोड़ा नहीं सह सकता, मेरा 100 पुत मर गया, मैं तां तेरे विच छाल मार के मर गया। फिर कहते बचन होया सी चंगा पुत्तां पिछे ना मर, जा तेनों एक पुत होर दिता। ते फिर कहते ने वशिष्ठ मुनि जिहड़ा सी वो बचिया सी। लो मैं तुहानूं हुण निचोड़ कढ के आपां देखीए। 2 सुत रहे घर बन को सुधारे दो, दशरथ गिर कर प्राण को निकारा है। आस अस्थामा तो द्रोणा जी ने प्राण त्यागे, नारे और कुंचर का भेद ना विचारा है। 100 पूत मुए जब वशिष्ठ मुनि ज्ञानी जी के, तन पत्थर बांध तन ब्यासरी में डारा है।
कोई ऐसा कोई मिलिया नहीं जहान विच खालसारी चारे पुत वार के भी शुक्र गुजारा है। आखो सतनाम ਸ੍ਰੀ ਵਾਹਿਗੁਰੂ। ਇਹੋ ਜਿਹਾ नहीं कोई लब्बा जिहड़ा अपने चारे दे चारे वार के अकाल पुरख दा शुक्र करे। जे ये वडियाई हिस्से विच आई है गुरु गोबिंद सिंह महाराज सच्चे पातशाह जी दे आई है। आखो सतनाम ਸ੍ਰੀ ਵਾਹਿਗੁਰੂ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਨਾ ਬਾਬਾ ਅਜੀਤ ਸਿੰਘ ਜੀ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਵਿੱਚ ਬੈਠਿਆਂ ਨੇ ਉੱਚੀ ਉੱਚੀ ਜਕਾਰੇ ਛੱਡੇ ਸੀ। ਕਿਹੜਾ ਪਿਓ ਹੈ ਜਿਹੜਾ ਆਪਣੇ ਪੁੱਤ ਨੂੰ ਮਰਦੇ ਨੂੰ ਵੇਖ ਕੇ ਜਕਾਰੇ ਲਾਉਂਦਾ ਹੋਵੇ? ਕੋਈ ਨਹੀਂ ਕਰਦਾ। ਲੋ ਪੜਿਓ ਕੀ ਭਾਰ ਦੁਨੀਆ ਦਾ ਸਭ ਤੋਂ ਵੱਡਾ ਜੀ ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਸ਼ ਪੁੱਤ ਦੀ। ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਸ਼ ਪੁੱਤ ਦੀ। ਹੁੰਦਾ ਦੁਨੀਆ ਦਾ ਵੱਡਾ ਭਾਰ ਮੋਢੇ ਉੱਤੇ ਲਾਜ ਪੁੱਤ ਦੀ। ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਸ਼ ਪੁੱਤ ਦੀ। ਮੋਢੇ ਉੱਤੇ ਲਾਸ਼ ਪੁੱਤ ਦੀ। ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਜ ਪੁੱਤ ਦੀ। ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਸ਼ ਪੁੱਤ ਦੀ। ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਸ਼ ਪੁੱਤ ਦੀ। ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਜ ਪੁੱਤ ਦੀ। ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਜ ਪੁੱਤ ਦੀ। ਮੋਢੇ ਉੱਤੇ ਲਾਸ਼ ਪੁੱਤ ਦੀ। ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਭਾਰ ਮੋਢੇ ਉੱਤੇ ਲਾਜ ਪੁੱਤ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਸਭ ਤੋਂ ਵੱਡਾ ਭਾਰ ਮੰਨਿਆ ਜਾਂਦਾ ਹੈ ਆਪਣੇ ਜਿਉਂਦੇ ਜੀ ਆਪਣੇ ਪੁੱਤਰਾਂ ਦੀ ਅਰਥੀ ਨੂੰ ਮੋਢਾ ਦੇਣਾ। ਤੁਹਾਡੇ ਵਿੱਚ ਇਹੋ ਜਿਹੀ ਕਿਹੜੀ ਤਾਕਤ ਸੀ ਜਿਹੜੀ ਤਾਕਤ ਕਰਕੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਮਰਦੇ ਪੁੱਤ ਵੇਖ ਕੇ ਜਕਾਰੇ ਲਾਏ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਸਾਹਮਣੇ ਸ਼ਹੀਦ ਹੁੰਦੇ ਆਪਣੇ ਪੁੱਤਾਂ ਨੂੰ ਵੇਖ ਕੇ ਜਕਾਰੇ ਲਾਏ। ਮਹਾਂਪੁਰਸ਼ ਆ ਧਾਰਨਾ ਪੜ੍ਹਦੇ ਹੁੰਦੇ ਸੀ। ਮਾਝਾਂ ਵਾਲੇ ਨੇ ਜਕਾਰੇ ਲਾਏ ਪੁੱਤਰਾਂ ਦਾ ਜੋੜਾ ਵਾਰ ਕੇ। ਮਾਝਾਂ ਵਾਲੇ ਨੇ ਜਕਾਰੇ ਲਾਏ ਹਾਂ ਪੁੱਤਰਾਂ ਦਾ ਜੋੜਾ ਵਾਰ ਕੇ। ਆਜਾ ਵਾਲੇ ਨੇ ਜਕਾਰੇ ਲਾਏ ਪੁੱਤਰਾਂ ਦਾ ਜੋੜਾ ਵਾਰ ਕੇ।
ਕਰਵਾਇਆ। ਜੇ ਇਹ ਵਡਿਆਈ ਪ੍ਰਾਪਤ ਹੈ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੈ। ਤੇ ਤੁਹਾਡਾ ਮਨਾਇਆ ਹੋਇਆ ਗੁਰਪੁਰਬ, ਤੁਹਾਡੇ ਕਰਾਏ ਹੋਏ ਅਖੰਡ ਪਾਠ, ਅੱਜ ਇਹ ਪੱਲੇ ਬੰਨ੍ਹ ਕੇ ਆਪਾਂ ਜਾਈਏ ਸਾਰੇ ਤਾਂ ਸਫਲੇ ਹੈ। ਜੇ ਕੋਈ ਅੱਜ ਤੋਂ ਨਿਤਨੇਮ ਨਹੀਂ ਨਾ ਕਰਦਾ, ਬਾਣੀ ਨਹੀਂ ਪੜ੍ਹਦਾ, ਤੇ ਕੋਸ਼ਿਸ਼ ਕਰੋ ਘੱਟ ਤੋਂ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਇੱਕ ਕਰਨਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਤੁਹਾਡੀ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਆਈ ਸੰਗਤ ਨੂੰ ਪ੍ਰੇਰਨਾ ਦਿਓ, ਇਹੋ ਜਿਹੇ ਉਪਰਾਲੇ ਕਰੋ ਵੀ ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹਾਂ, ਸਾਹਿਬਜ਼ਾਦਿਆਂ ਦੀ ਯਾਦ ਮਨਾ ਰਹੇ ਹਾਂ, ਗੁਰੂ ਨਾਨਕ ਸਾਹਿਬ ਦੀ ਯਾਦ ਮਨਾ ਰਹੇ ਹਾਂ, ਭਾਈ ਅੱਜ ਤੋਂ 1 ਮਹੀਨਾ ਪਹਿਲਾਂ ਸਾਰੀ ਸੰਗਤ ਇਹ ਪ੍ਰਣ ਕਰ ਲਓ ਵੀ ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਕਰਕੇ ਗੁਰਪੁਰਬ ਵਾਲੇ ਦਿਨ ਅਰਦਾਸ ਕਰਾਉਣੀ ਹੈ। ਆਪਣੇ ਘਰਾਂ 'ਚ ਕਰੋ, ਸੁਖਮਨੀ ਸਾਹਿਬ ਕਰ ਲਓ, ਜਪਜੀ ਸਾਹਿਬ ਕਰ ਲਓ, ਪੱਕਾ ਨੇਮ ਬਣਾ ਲਓ, ਮੂਲ ਮੰਤਰ ਦੀਆਂ ਮਾਲਾ ਕਰ ਲਓ, ਗੁਰੂ ਮੰਤਰ ਦੀਆਂ ਕਰ ਲਓ। ਬਹੁਤਿਆਂ ਦਾ ਆਪਣਿਆਂ ਦਾ ਬਹਾਨਾ ਇਹੀ ਹੁੰਦਾ ਨਾ, ਸਾਨੂੰ ਪੜ੍ਹਨਾ ਨਹੀਂ ਆਉਂਦਾ, ਅਸੀਂ ਪਾਠ ਸਿੱਖਿਆ ਨਹੀਂ, ਸਾਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਜੇ ਪੜ੍ਹਨੀ ਨਹੀਂ ਆਉਂਦੀ, ਸੁਣਨੀ ਤਾਂ ਸਾਰਿਆਂ ਨੂੰ ਆਉਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁਣਨੀ ਤਾਂ ਸਾਰਿਆਂ ਨੂੰ ਆਉਂਦੀ, ਕੰਨਾਂ ਤੋਂ ਬੋਲਾ ਤਾਂ ਨਹੀਂ ਹੈ ਆਪਣੇ 'ਚ ਕੋਈ ਵੀ। ਸਾਨੂੰ ਸਾਇੰਸ ਨੇ ਕਿੰਨਾ ਕੁਛ ਦਿੱਤਾ, ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿੱਡੀ ਬਖਸ਼ਿਸ਼ ਕੀਤੀ। ਆਹ ਮੋਬਾਈਲ ਹੈ, ਜਿਵੇਂ ਮਰਜ਼ੀ ਤੁਸੀਂ ਵਰਤ ਲਓ, ਭਾਵੇਂ ਸਾਰੀ ਦਿਹਾੜੀ ਕੀਰਤਨ ਲਾ ਕੇ ਸੁਣੋ, ਇਹਦੇ ਉੱਪਰ ਸਾਰੀ ਦਿਹਾੜੀ ਗੁਰਬਾਣੀ ਸੁਣੀ ਚੱਲੋ। ਇਹ ਸਾਨੂੰ ਬਖਸ਼ਿਸ਼ ਕੀਤੀ ਹੈ। ਜੇ ਅਕਾਲ ਪੁਰਖ ਜੀ ਨੇ ਸਾਨੂੰ ਚੀਜ਼ਾਂ ਦਿੱਤੀਆਂ ਨਾ, ਭਾਂਡਾ ਦਿੱਤਾ, ਮਰਜ਼ੀ ਤੁਹਾਡੀ, ਉਹ ਭਾਂਡੇ 'ਚ ਪਾ ਕੇ ਅੰਮ੍ਰਿਤ ਪੀਣਾ ਕਿ ਜ਼ਹਿਰ ਪੀਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਜ਼ਹਿਰ ਪੀ ਲਓ ਤਾਂ ਵੀ ਤੁਹਾਡੀ ਮਰਜ਼ੀ ਹੈ, ਤੁਸੀਂ ਅੰਮ੍ਰਿਤ ਪੀ ਲਓ ਤਾਂ ਵੀ ਤੁਹਾਡੀ ਮਰਜ਼ੀ। ਇਸ ਕਰਕੇ ਆਓ ਇੰਨੀ ਸੇਵਾ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਬਹੁਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਇਹ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਘੱਟ ਤੋਂ ਘੱਟ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਸਾਰੇ ਆਪਾਂ ਕੋਸ਼ਿਸ਼ ਕਰਿਆ ਕਰੋ। ਜਿਹੜੇ ਅੰਮ੍ਰਿਤਧਾਰੀ ਨੇ ਤੁਹਾਡੇ ਵਿੱਚ, ਉਹਨਾਂ ਨੂੰ ਕੋਈ ਛੋਟ ਨਹੀਂ ਬਾਣੀਆਂ ਦੀ। ਮਤਾ ਕੋਈ ਹੁਣ ਇਹ ਗੱਲ ਕਹਿ ਦੇਵੇ, ਸ਼ਾਇਦ ਬਾਬੇ ਇਹ ਗੱਲ ਕਹਿ ਕੇ ਕੈਸੀ ਸਵੇਰੇ ਜਪਜੀ ਸਾਹਿਬ ਹੀ ਕਰਨਾ ਹੈ ਤੇ ਬਾਕੀ ਦੀਆਂ 4 ਮਾਫ। ਅੰਮ੍ਰਿਤਧਾਰੀ ਨੂੰ 5 ਬਾਣੀਆਂ ਕਦੇ ਮਾਫ ਨਹੀਂ ਹਨ, ਪੜ੍ਹਨੀਆਂ ਪੈਣਗੀਆਂ। ਜੇ ਨਹੀਂ ਪੜ੍ਹ ਸਕਦਾ ਤੇ ਸੁਣੇ ਵੱਧ ਤੋਂ ਵੱਧ, ਇਹ ਕੰਮ ਕਰਨਾ ਪਏਗਾ। ਜਿਹੜੇ ਤੁਹਾਡੇ ਵਿੱਚੋਂ ਅੰਮ੍ਰਿਤਧਾਰੀ ਨਹੀਂ ਹਨ, ਅੰਮ੍ਰਿਤ ਨਹੀਂ ਛਕਿਆ, ਉਹ ਜ਼ਰੂਰ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ, ਮੂਲ ਮੰਤਰ ਦਾ, ਗੁਰ ਮੰਤਰ ਦਾ ਜਿੰਨਾ ਹੋ ਸਕਦਾ ਕਰਿਆ ਕਰੋ ਭਾਈ, ਤਾਂ ਹੀ ਤੁਹਾਡੇ ਮਨਾਏ ਹੋਏ ਸਮਾਗਮੇ ਸਫਲ ਹਨ। ਸੋ ਆਓ ਇੱਥੇ ਆਪਾਂ ਸਾਰੀ ਸਮਾਪਤੀ ਕਰੀਏ। ਆਪ ਸਾਰੀ ਸੰਗਤ ਨੂੰ ਜਾਣੋ ਹੀ, ਆਪ ਜੀ ਸਾਰੇ ਹੋਵੋਗੇ ਕਿ ਬਾਬਾ ਜੋਗਾ ਸਿੰਘ ਜੀ ਹੋਣੀ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਜੋ ਰਾਤ ਪੜ੍ਹਾਈ ਕਰਕੇ ਤੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਸੀ, ਇਸ ਕਰਕੇ ਦਾਸਾਂ ਦੀ ਸੇਵਾ ਉਹਨਾਂ ਨੇ ਲਾਈ ਆਪ ਸੰਗਤਾਂ ਦੇ ਜੋੜੇ ਝਾੜਨ ਵਾਸਤੇ। ਬੋਲਦਿਆਂ ਕੋਲੋਂ ਬਹੁਤ ਭੁੱਲਾਂ ਚੁੱਕਾਂ ਹੋਣਗੀਆਂ। ਆਪਣੇ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਿਓ ਵੀ ਸੰਗਤ ਵਿੱਚ ਬਹਿ ਕੇ ਸੰਗਤ ਦੇ ਜੋੜੇ ਝਾੜਨ ਦਾ ਚੱਜ ਆ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਗਤ ਵਿੱਚ ਬੋਲਣਾ ਆ ਜਾਵੇ। ਸੰਗਤ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ। ਮਹਾਂਪੁਰਸ਼ ਇੱਕ ਬਚਨ ਕਰਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਸੰਗਤ ਵਿੱਚ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ। ਸੰਗਤ ਦੇ ਵਿੱਚ ਸਾਧ ਵੀ ਆਉਂਦਾ, ਸੰਗਤ ਦੇ ਵਿੱਚ ਚੋਰ ਵੀ ਆਉਂਦਾ ਹੈ। ਸੰਗਤ ਦੇ ਵਿੱਚ ਜੇ ਵੀ ਤਗੜੇ ਤੋਂ ਤਗੜਾ ਵਿਦਵਾਨ ਬੈਠਾ, ਸੰਗਤ ਵਿੱਚ ਮੂਰਖ ਵੀ ਬਹੁਤ ਬੈਠੇ ਹੁੰਦੇ ਨੇ। ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ। ਇਸੇ ਕਰਕੇ ਤੇ ਮਹਾਰਾਜ ਨੇ ਆਖਿਆ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਵੀ ਇੱਥੇ ਹਰ ਤਰ੍ਹਾਂ ਦਾ ਮਨੁੱਖ ਬੈਠਾ ਹੈ। ਪਤਾ ਨਹੀਂ ਕਿੰਨੇ ਕੁ ਅਭਿਆਸ ਕਰਨ ਵਾਲੇ, ਨਿਤਨੇਮ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਵਿੱਚ ਬੈਠੇ ਹੁੰਦੇ ਨੇ। ਜ਼ਰੂਰੀ ਨਹੀਂ ਹੈ ਗਲ ਵਿੱਚ ਚੋਲਾ ਪਾਇਆ ਹੋਵੇ ਫਿਰ ਸੰਤ ਕਹਾਇਆ ਜਾਂਦਾ, ਸੰਤ ਬਣਿਆ ਜਾਂਦਾ। ਜਾਂ ਕਿਸੇ ਨੇ 2 ਫੁੱਟ ਦੀ ਕਿਰਪਾਨ ਪਾਈ ਹੋਈ ਹੈ ਤਾਂ ਸੰਤ ਵੱਡਾ ਗੁਰਸਿੱਖ ਹੋਏਗਾ। ਇਹ ਨਹੀਂ, ਪਤਾ ਨਹੀਂ ਗੁਰੂ ਨਾਨਕ ਦੇ ਕਿੰਨੇ ਸਿੱਖ ਘਰਾਂ ਵਿੱਚ ਬੈਠੇ ਸੰਤ ਹਨ। ਆਖੋ ਸਤਿਨਾਮ ਵਾਹਿਗੁਰੂ। ਪਤਾ ਨਹੀਂ ਕਿੰਨੇ ਕੁ ਸਿੱਖ ਹੈ। ਇਸ ਕਰਕੇ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਉਹਨਾਂ ਦਾ ਸੰਗ ਬਖਸ਼ੋ ਜਿਹੜੇ ਤੇਰੇ ਪਿਆਰੇ ਨੇ। ਆਪਾਂ ਪੜ੍ਹਦੇ ਨਹੀਂ ਅਰਦਾਸ ਤੋਂ ਬਾਅਦ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਜਾਣੇ ਆਵਨ ਕਾ ਇਹ ਸਵਾਉ, ਜਨ ਕੇ ਸੰਗ ਚੇਤੇ ਆਵੇ ਨਾਉ। ਰੱਬ ਦੇ ਪਿਆਰਿਆਂ ਦਾ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੈ? ਵੀ ਉਹਨਾਂ ਦੇ ਆਉਣ ਨਾਲ ਪਰਮਾਤਮਾ ਦੀ ਯਾਦ ਆਉਂਦੀ ਹੈ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠੇ।
ਸਦਾ ਸੱਚੇ ਪਾਤਸ਼ਾਹ ਪਾਸੋਂ ਇਹੀ ਮੰਗ ਮੰਗੋ ਮਹਾਰਾਜ ਆਪਣੇ ਪਿਆਰਿਆਂ ਦਾ ਸੰਗ ਬਖਸ਼ੋ। ਆਓ ਇੱਥੇ ਕਰੀਏ ਸਮਾਪਤੀ। ਸਾਰੀ ਸੰਗਤ ਗੱਜ ਵੱਜ ਕੇ ਹੁਣ ਆਨੰਦ ਸਾਹਿਬ ਜੀ ਗੁਰਸਤੋਤਰ ਦੇ ਜਾਪ ਵਿੱਚ ਬੋਲੋ। ਫਿਰ ਸਾਰੀ ਸੰਗਤ ਨੇ ਜੋ ਅੱਗੇ ਦਾ ਪ੍ਰੋਗਰਾਮ ਹੋਏਗਾ ਉਹ ਗੁਰਮੁਖਾਂ ਪਾਸੋਂ ਸਰਵਣ ਕਰਨਾ ਜੀ। ਸਭ ਦਾ ਧੰਨਵਾਦ। ਸਭ ਨੂੰ ਜੀਓ ਆਇਆਂ ਨੂੰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੱਤ ਦਾ ਭਲਾ। ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਬੋਲਿਓ ਭਾਈ। ਧਨ ਹੈ ਧਨ ਹੈ ਧਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਧਨ ਹੈ। ਧਨ ਹੈ ਗੁਰੂ ਨਾਨਕ ਦੇਵ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਦੇਵ ਸਾਹਿਬ ਧਨ ਹੈ। ਸਾਰੇ ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ। ਧਨ ਹੈ ਗੁਰੂ ਅਮਰਦਾਸ ਸਾਹਿਬ ਧਨ ਹੈ। ਗੁਰੂ ਰਾਮਦਾਸ ਸਾਹਿਬ ਧਨ ਹੈ। ਗੁਰੂ ਅਰਜਨ ਦੇਵ ਸਾਹਿਬ ਧਨ ਹੈ। ਰਾਮਦਾਸ ਸਾਹਿਬ ਧਨ ਹੈ। ਗੁਰੂ ਅਰਜਨ ਦੇਵ ਸਾਹਿਬ ਧਨ ਹੈ। ਰਾਮਦਾਸ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਿਗੋਬਿੰਦ ਸਾਹਿਬ ਧਨ ਹੈ। ਧਨ ਹੈ ਗੁਰੂ ਹਰਿਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿ ਰਾਏ ਸਾਹਿਬ ਧਨ ਹੈ। ਧਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਪੁੱਤਰਾਂ ਦੇ ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਦਾਨੀ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਧਨ ਹੈ ਧਨ ਹੈ ਧਨ ਹੈ
ਤੇਰੀ ਸਾਧ ਸੰਗਤ ਜੀ ਧਨ ਹੈ। ਧਨ ਹੈ, ਧਨ ਹੈ, ਧਨ ਹੈ, ਤੇਰੀ ਸਾਧ ਸੰਗਤ ਜੀ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਨਾਮ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕੁਛ ਨਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਧਾਰੀ ਕਾਇਆ, ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਰਤੈ ਧਰਮ ਹਦੂਰ। ਪਾਈ ਆਪੋ ਆਪਣੀ, ਕੀਨ ਰਹਿ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ